Ladies and gentlemen, मुलाकात enjoy. मुलाकात with Sukhi Bhatt. ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ wherever you are in the world ਬੜੀ ਪਿਆਰ ਭਰੀ ਮੁਹੱਬਤ ਭਰੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸਾਡੀ ਸਾਰੀ ਹੀ ਬ੍ਰਿਟਿਸ਼ ਦੀ ਟੀਮ ਵੱਲੋਂ I've been waiting for this for such a long time. Now, I could even be quite cringy and say, G, I know, but I like to say कि साडे वेड़े सज्जन आए ने, साडे नैना दे हंजू भी मुस्काए ने, कि गिला मैं करूँ उनकी बेवफाई का बड़ी मुद्दतां तो बाद आए ने. He has actually made me wait for such a long time just to have a one-to-one conversation with the great Harbhajan Mann. So please welcome our guest for today. It is the Harbhajan Mann Sahab. Paji, sat sri akal. Sat sri akal. Ji, I know. You made me wait for. Sab nu sat sri akal. You made me wait for such a long time for this one-to-one. You're such a busy man. Busy भी, but at the same time जो सबब है जब मिलना उधर मिलना. I never thought कि इंग्लैंड लगातार 10-12 साल शो करके ते उस तो बाद इन्ना गैप पाएगा. Yeah. पर ये सारी अनजल दी गल है. ਜਦੋਂ ਵਕਤ ਜਦੋਂ ਮਾਲਕ ਨੇ ਜਿੱਥੇ ਭੇਜਣਾ ਉਹ ਉਦੋਂ ਹੀ ਜਾਣਾਂਗੇ. Maybe ਮਾਲਕ ਜਿਵ ਹੁਕਮ ਤੇ ਵਕਾਰ. Maybe ਮਾਲਕ ਤੁਹਾਡਾ ਇੰਗਲੈਂਡ ਦਾ ਵੀਜ਼ਾ ਥੋੜੇ ਜਿਹਾ ਲੇਟ ਲਾਉਂਦਾ. We've been waiting for such a long time for you to come over. ਵੀਜ਼ਾ ਦਾ ਮੇਰਾ ਬੜਾ ਲੰਬਾ ਲੱਗਿਆ ਹੋਇਆ ਜੀ 2019 ਤੱਕ ਦਾ ਵੀਜ਼ਾ ਹੈਗਾ. Oh, for this time as well. To visit, yeah. To visit. But it's lovely to see you. Same here. Congratulations. I know you're here on the release of your brand new film Gadar, which we'll talk about later on. But as I like to get into, where does the journey for Harbhajan Mann start? Where did it all start for you? ਸਭ ਤੋਂ ਪਹਿਲਾਂ ਤਾਂ I honestly tell you and ਬਿਲਕੁਲ ਦਿਲੋਂ ਮੈਨੂੰ ਸੱਚ ਬੋਲਣ ਦੇ ਜੀ there is ਸੁਖੀ ਕਿ ਆਪਾਂ ਬਹੁਤ ਸਾਲਾਂ ਤੋਂ ਪਤਾ ਨਹੀਂ ਕਿੰਨੇ ਸਾਲ ਹੋ ਗਏ ਜਦੋਂ ਦੇ ਆਪਾਂ ਜਾਣਦੇ ਮਿਲਦੇ ਹਾਂ ਜੀ ਤੇ ਮੇਰੇ ਇਸ ਸੰਗੀਤ ਦੇ ਫਿਲਮ ਦੇ ਸਫ਼ਰ ਦੇ ਦਰਮਿਆਨ ਦੁਨੀਆ ਭਰ 'ਚ ਬਹੁਤ ਸਾਰੇ ਐਸੇ ਪ੍ਰੈਜ਼ੈਂਟਰਸ ਨੇ ਜਿਹੜੇ ਕਿ ਸ਼ੁਰੂ ਦੇ ਦਿਨਾਂ 'ਚ ਮਿਲੇ ਜਾਂ ਫਿਰ ਵਿੱਚ ਦੀ ਨਹੀਂ ਮਿਲੇ ਜਾਂ ਕਿਤੇ ਨਾ ਕਿਤੇ ਉਹਨਾਂ ਨੂੰ ਗਿਲਾ ਸ਼ਿਕਵਾ ਹਰਭਜਨ ਮਿਲਿਆ ਨਹੀਂ ਜਾਂ ਆਈ ਨਹੀਂ ਬਟ ਯੂ ਵਨ ਪਰਸਨ ਜਿਹਦੇ ਨਾਲ ਜਿੱਥੇ ਪਹਿਲੇ ਦਿਨ ਜਿਵੇਂ ਮਿਲੇ ਸੀ ਅੱਜ ਵੀ ਉਵੇਂ ਖੜੇ ਆਂਗੇ ਆਪਾਂ ਉੱਥੇ ਖੜੇ ਆ ਤੇ ਇਸ ਨਿੱਘ ਲਈ ਇਸ ਪਿਆਰ ਲਈ ਤੇਰਾ ਪਹਿਲਾ ਧੰਨਵਾਦ ਸੋ ਹਰਭਜਨ ਮਾਨ ਜਦ ਪਿੰਡ ਵਿੱਚ ਰਹਿੰਦੇ ਸੀ ਛੋਟਾ ਜਿਹਾ ਮੇਰਾ ਪਿੰਡ ਹੈ ਖੇਮੂਆਣਾ ਜ਼ਿਲ੍ਹਾ ਹੈ ਬਠਿੰਡਾ ਦੈਟਸ ਵੇਅਰ ਆਈ ਵਾਸ ਬੋਰਨ ਤੇ ਉੱਥੇ ਮੈਨੂੰ ਇਹ ਨਹੀਂ ਕਿਉਂਕਿ ਸੰਗੀਤ ਕੋਈ ਪਰਿਵਾਰ ਵਿੱਚ ਨਹੀਂ ਸੀ ਇਹ ਸੀ ਕਿ ਖੇਡਦੇ ਆ ਪਿੰਡ ਵਿੱਚ ਫਿਰਦੇ ਆ ਉਦੋਂ ਇਹ ਹੁੰਦਾ ਸੀ ਕਿ ਸ਼ਾਮ ਨੂੰ ਲਾਊਡ ਸਪੀਕਰਸ ਤੇ ਗੁਰਦੁਆਰਾ ਸਾਹਿਬ ਵਿੱਚ ਪਾਠ ਲੱਗਣਾ ਜਾਂ ਧਾਰਮਿਕ ਗੀਤ ਕੰਨਾਂ ਨੂੰ ਸੁਣਨੇ ਜਾਂ ਰੇਡੀਓ ਹੁੰਦਾ ਸੀ ਉਸ ਵਕਤ ਮੈਨੂੰ ਸੰਗੀਤ ਚੰਗਾ ਲੱਗਦਾ ਸੀ ਜੋ ਕੰਨਾਂ ਨੂੰ ਮੈਂ ਸੁਣਦਾ ਸੀ ਤਾਂ ਉਹ ਸਾਊਂਡ ਮੈਨੂੰ ਸਮਝ ਘੱਟ ਸੀ ਪਰ ਉਹ ਮੈਨੂੰ ਬਹੁਤ ਅੱਛਾ ਲੱਗਦਾ ਸੀ ਫਿਰ ਇਤਫਾਕ ਬਣਿਆ ਕਿ ਸਾਡੇ ਜਿਹੜਾ ਸਾਡਾ ਰੀਜਨ ਆ ਉਹਨੂੰ ਅਸੀਂ ਮਾਲਵਾ ਕਹਿੰਦੇ ਹਾਂ ਕਿ ਮਾਲਵਾ ਬੈਲਟ ਹੈ ਜਿਹੜੀ ਤੇ ਉਹ ਏਰੀਏ ਦੇ ਵਿੱਚ ਮੈਂ ਗੱਲ ਕਰ ਰਿਹਾ ਕਿ 77-78 ਦੇ ਵਿੱਚ ਕਵੀਸ਼ਰ ਹੁੰਦੇ ਸੀ ਕਰਨੈਲ ਸਿੰਘ ਪਾਰਸ ਕੀ ਬਾਤ ਉਹ ਬੜੇ ਮਕਬੂਲ ਸੀ ਉਹਨਾਂ ਨੂੰ ਕਿਸੇ ਇੱਕ ਜਗ੍ਹਾ ਪਿੰਡ ਕਿਸੇ ਮੇਰੇ ਫਾਦਰ ਸਾਹਿਬ ਨੇ ਗਾਉਂਦਿਆਂ ਨੂੰ ਸੁਣਿਆ ਜੀ ਤੇ ਮੇਰੇ ਫਾਦਰ ਸਾਹਿਬ ਉਹਨਾਂ ਦੇ ਫੈਨ ਬਣ ਗਏ ਤੇ ਉਹਨਾਂ ਨੂੰ ਇਨਵਾਈਟ ਕੀਤਾ ਕਿ ਜੀ ਸਾਡੇ ਪਿੰਡ ਵੀ ਕਦੇ ਪ੍ਰੋਗਰਾਮ ਕਰਨਾ ਵਾਹ ਉਹ ਕਹਿੰਦੇ ਜਦੋਂ ਬੁਲਾਓਗੇ ਅਸੀਂ ਆ ਜਾਾਂਗੇ ਜੀ ਤੇ ਨੈਕਸਟ ਈਅਰ ਹੀ ਉਹ ਸਬੱਬ ਬਣ ਗਿਆ ਕਿ ਸਾਡੇ ਪਿੰਡ ਉਹ ਧਾਰਮਿਕ ਦੀਵਾਨ ਤੇ ਗਾਉਣ ਆਏ ਜੀ ਤੇ ਰਾਤ ਨੂੰ ਸਾਡੇ ਘਰ ਠਹਿਰੇ ਜੀ ਤੇ ਉਹਨਾਂ ਦੀ ਸੇਵਾ ਕਰਦੇ ਮੈਂ ਤੇ ਸੇਵਕ ਛੋਟੇ ਛੋਟੇ ਬੱਚੇ ਉਹਨਾਂ ਨੂੰ ਦੇਖਦੇ ਆ ਤੇ ਸਾਨੂੰ ਇਹ ਬੜਾ ਵਧੀਆ ਲੱਗਿਆ ਵੀ ਗਾਉਣ ਵਾਲੇ ਸਾਡੇ ਘਰ ਆਏ ਤੇ ਉਹ ਸਾਨੂੰ ਜਦੋਂ ਨੈਕਸਟ ਈਅਰ ਫੇਰ ਆਏ ਉਹ ਜੀ ਤੇ ਉਹਨਾਂ ਦੀ ਇੱਕ ਕਵੀਸ਼ਰੀ ਸੀਗੀ ਉਹ ਅਸੀਂ ਰੇਡੀਓ ਤੋਂ ਸਪੀਕਰਾਂ ਤੋਂ ਸੁਣ ਕੇ ਅਸੀਂ ਉਹ ਯਾਦ ਕਰ ਲਈ ਉਹ ਸੀ ਕਿ ਆਓ ਭੈਣੋ ਰਲ ਮਿਲ ਗਾਈਏ ਭਗਤ ਸਿੰਘ ਦੀ ਘੋੜੀ ਨਹੀਂ ਤੇ ਜਦੋਂ ਨੈਕਸਟ ਈਅਰ ਆਏ ਤਾਂ ਫਿਰ ਮੈਂ ਤੇ ਗੁਰਸੇਵਕ ਨੇ ਉਹਨਾਂ ਦੇ ਪ੍ਰੋਗਰਾਮ ਤੋਂ ਪਹਿਲਾਂ ਗਾਈ ਤਾਂ ਉਹ ਬੜੇ ਪ੍ਰਭਾਵਿਤ ਹੋਏ ਕਿ ਕਿਆ ਬਾਤ ਹੈ ਬੱਚੇ ਬੜਾ ਸੋਹਣਾ ਗਾਉਂਦੇ ਹੈਗੇ ਸੋ ਫਿਰ ਅਸੀਂ ਉਹਨਾਂ ਨੇ ਸਾਨੂੰ ਬਕਾਇਦਾ ਸ਼ਾਗਿਰਦ ਬਣਾਇਆ ਤੇ ਟ੍ਰੇਨਿੰਗ ਸ਼ੁਰੂ ਕੀਤੀ ਕਵੀਸ਼ਰੀ ਦੀ ਫਿਰ ਉਸ ਤੋਂ ਕੁਝ ਸਾਲ ਬਾਅਦ ਹੀ 1980 ਦੇ ਵਿੱਚ ਅਸੀਂ ਸਾਰਾ ਪਰਿਵਾਰ ਕੈਨੇਡਾ ਸ਼ਿਫਟ ਕਰ ਗਏ ਜੀ ਉੱਥੇ ਰਹਿੰਦੇ ਆ ਗਾਉਂਦੇ ਰਹੇ ਢੱਡ ਸਰੰਗੀ ਤੇ ਤੂੰਬੀ ਗੁਰਸੇਵਕ ਨੇ ਸਿੱਖੀ ਤੇ ਇਸੇ ਦਰਮਿਆਨ ਹੀ ਮੇਰੀ ਮੁਲਾਕਾਤ ਹੋਈ ਇੱਕ ਸਾਡੇ ਉੱਥੇ ਜਿਹੜੇ ਉਹਨਾਂ ਨੂੰ ਪਾਇਨੀਅਰ ਹੀ ਕਹਿ ਸਕਦੇ ਜਿਨ੍ਹਾਂ ਨੇ ਪਹਿਲਾ ਰੇਡੀਓ ਸ਼ੁਰੂ ਕੀਤਾ ਟੈਲੀਵਿਜ਼ਨ ਤੇ ਪੰਜਾਬੀ ਦੇ ਸ਼ੁਰੂ ਕੀਤੇ ਔਰ ਬਹੁਤ ਸਾਰੇ ਆਰਟਿਸਟਾਂ ਨੂੰ ਪਹਿਲੀ ਦਫਾ ਜੀ ਹੀ ਪ੍ਰਮੋਟ ਉਹਨਾਂ ਨੂੰ ਕੀਤਾ ਕੈਨੇਡਾ ਇਕਬਾਲ ਮਾਲ ਰਾਈਟ ਤੇ ਉਹ ਮੈਨੂੰ ਕਹਿੰਦੇ ਕਿ ਜੇ ਹਰਭਜਨ ਤੂੰ ਸਿੰਗਿੰਗ ਨੂੰ ਪ੍ਰੋਫੈਸ਼ਨਲ ਦੇ ਤੌਰ ਤੇ ਅਪਣਾਉਣਾ ਤਾਂ ਜ਼ਰੂਰੀ ਹੈ ਕਿ ਇਹਦੀ ਟ੍ਰੇਨਿੰਗ ਲੈ ਜੀ ਜੀ ਗਾਉਣਾ ਸਿੱਖ ਥੋੜਾ ਬਹੁਤਾ ਜੀ ਜਿੰਨੀ ਕਿ ਵੀ ਤੈਨੂੰ ਹੋ ਸਕਦਾ
ਤਾਂ ਫਿਰ ਉੱਥੇ ਲਾਹੌਰ ਤੋਂ ਹੁੰਦੇ ਸੀਗੇ ਸ਼ੇਖ ਹਮੀਦ ਸਾਹਿਬ, ਰਾਈਟ ਬਜ਼ੁਰਗ, ਉਹਨਾਂ ਕੋਲੇ ਫਿਰ 3 ਸਾਲ ਮੈਂ ਟ੍ਰੇਨਿੰਗ ਲਈ, ਜਿੰਨਾ ਕੁ ਸਿੱਖ ਸਕਿਆ ਸਿੱਖਿਆ। ਰਾਈਟ। ਸੋ ਪਾਰਸ ਸਾਹਿਬ ਉਹਨਾਂ ਨੇ ਤੁਹਾਨੂੰ ਕੀ ਉਹਨਾਂ ਤੋਂ ਕੀ ਕਿਉਂਕਿ ਉਹ ਤੁਸੀਂ ਸਿੱਖਿਆ ਕਵੀਸ਼ਰੀ ਸੀਗੇ। ਠੀਕ ਹੈ ਜੀ। ਵੈਸੇ ਤਾਂ ਮੈਂ ਪਾਰ ਸਾਹਿਬ ਤੋਂ ਜੋ ਕੁਝ ਸਿੱਖਿਆ ਉਹ ਮੈਂ ਬਿਆਨ ਹੀ ਨਹੀਂ ਕਰ ਸਕਦਾ, ਜੀ, ਕਿਉਂਕਿ ਜਿਹੜੇ ਉਸਤਾਦ ਲੋਕ ਹੁੰਦੇ ਸੀ ਉਹ ਸਿਰਫ ਤੁਹਾਨੂੰ ਗਾਇਕੀ ਨਹੀਂ ਸਿਖਾਉਂਦੇ ਹੁੰਦੇ ਸੀ, ਉਹ ਗਾਇਕੀ ਦੇ ਨਾਲ ਜ਼ਿੰਦਗੀ ਵਿੱਚ ਵਿਚਰਨਾ, ਪੜ੍ਹਨਾ ਲਿਖਣਾ, ਸਟੇਜਾਂ ਤੇ ਬੋਲਣਾ ਕਿਵੇਂ ਆ, ਤੁਹਾਡਾ ਸਿੰਗਿੰਗ ਜਦੋਂ ਕਰਦੇ ਹੋ ਤੁਹਾਡੇ ਐਕਸ਼ਨ ਕੀ ਆ, ਤੁਹਾਡੇ ਐਕਸਪ੍ਰੈਸ਼ਨਸ ਕੀ ਆ। ਸੋ ਬੇਸਿਕਲੀ ਤੁਹਾਨੂੰ ਇੱਕ ਲਾਈਫ ਦੀ ਅਲੱਗ-ਅਲੱਗ ਚੀਜ਼ਾਂ ਸਿਖਾਉਂਦੇ ਸੀ। ਜੀ ਜੀ। ਔਰ ਇਨਸਾਨੀਅਤ ਤੌਰ ਤੇ ਤੁਸੀਂ ਹਰਭਜਨ ਪਾਰਸ ਸਾਹਿਬ ਜੀ ਹੋਣਾ, ਕਿਉਂਕਿ ਉਹਨਾਂ ਦਾ ਬੜਾ ਵੱਡਾ ਨਾਮ ਆ, ਆਪਾਂ ਨੂੰ ਪਤਾ, ਕਿਉਂਕਿ ਆਪਾਂ ਇਸ ਇੰਡਸਟਰੀ ਦੇ ਵਿੱਚ ਜਿਹਨਾਂ ਨੂੰ ਨਹੀਂ ਪਤਾ, ਕਰਨੈਲ ਸਿੰਘ ਪਾਰਸ ਸਾਹਿਬ ਜੀ ਉਹਨਾਂ ਦਾ ਬਹੁਤ ਹੀ ਵੱਡਾ ਨਾਮ, ਸਿੱਧਵਾਂ ਵਾਲੇ ਜੱਥੇ ਦੇ ਨਾਲ ਵੀ ਉਹ ਗਾਉਂਦੇ ਰਹੇ ਆ, ਤੇ ਉਹਨਾਂ ਤੋਂ ਐਕਚੁਅਲੀ ਇਨਸਾਨੀਅਤ ਦੇ ਤੌਰ ਤੇ ਹਰਭਜਨ ਬਾਜੀ ਤੁਸੀਂ ਉਹਨਾਂ ਤੋਂ ਕੀ ਸਿੱਖਿਆ? ਮੈਂ ਦੇਖੋ, ਉਹਨਾਂ ਦੀ ਇੱਕੋ ਗੱਲ ਹੁੰਦੀ ਸੀ ਕਿ ਤੁਸੀਂ ਕਲਾਕਾਰ ਬਾਅਦ ਚੋਂ, ਪਹਿਲਾਂ ਚੰਗੇ ਇਨਸਾਨ ਬਣਨ ਦੀ ਕੋਸ਼ਿਸ਼ ਕਰੋ। ਬਾਕੀ ਅੱਜ ਉਹਨਾਂ ਦੀਆਂ ਗੱਲਾਂ ਮੇਰੇ ਇੰਨੀਆਂ ਕੰਮ ਆਉਂਦੀਆਂ ਸਟੇਜ ਤੇ, ਨਿੱਕੀਆਂ ਨਿੱਕੀਆਂ ਚੀਜ਼ਾਂ ਸਿਖਾਈਆਂ ਸਾਨੂੰ ਉਸ ਵਕਤ 77 78 ਦੇ ਵਿੱਚ, ਜਦੋਂ ਕੋਈ ਟੈਲੀਵਿਜ਼ਨ ਵੀਡੀਓ ਨਾਂ ਦੀ ਚੀਜ਼ ਹੀ ਨਹੀਂ ਹੁੰਦੀ ਸੀ। ਇੱਕ ਵੱਡਾ ਮਿਰਰ ਸ਼ੀਸ਼ਾ ਲਗਾ ਕੇ ਜੀ ਉਹਦੇ ਸਾਹਮਣੇ ਖੜਾ ਕੇ ਮੈਨੂੰ ਤੇ ਗੁਰਸੇਵਕ ਨੂੰ ਕਿ ਹੁਣ ਗਾਓ, ਤੁਸੀਂ ਹੁਣ ਦੇਖੋ ਤੁਹਾਡਾ ਹੱਥ ਕਿੱਧਰ ਜਾ ਰਿਹਾ, ਤੁਸੀਂ ਕੀ ਐਕਸਪ੍ਰੈਸ਼ਨ, ਕੀ ਜੋ ਲਫ਼ਜ਼ ਤੁਸੀਂ ਜ਼ੁਬਾਨ ਤੋਂ ਕਹਿ ਰਹੇ ਹੋ, ਆਰ ਯੂ ਫੀਲਿੰਗ ਇਟ, ਉਹ ਤੁਹਾਡੇ ਦਿਲੋਂ ਨਿਕਲ ਰਿਹਾ, ਉਹ ਐਕਸਪ੍ਰੈਸ਼ਨਸ ਆ ਰਹੇ ਆ ਤੁਹਾਡੇ। ਫਿਰ ਕਿ ਤੁਸੀਂ 24 ਆਵਰਸ ਦੇ ਵਿੱਚੋਂ ਤੁਸੀਂ ਪਰਫਾਰਮੈਂਸ ਤੁਸੀਂ 2 ਘੰਟੇ ਦੇਣੀ ਹੈ, 3 ਘੰਟੇ ਦੇਣੀ ਹੈ, ਤੁਸੀਂ ਬਾਕੀ 21 ਘੰਟੇ ਕੀ ਚੀਜ਼ ਹੋ। ਰਾਈਟ। ਲੋਕ ਤੁਹਾਨੂੰ ਇਹ ਚੀਜ਼ ਤੇ ਜੱਜ ਕਰਨਗੇ ਜੀ। ਸੋ ਬਹੁਤ ਸਾਰੀਆਂ ਜਿਹੜੀਆਂ ਜ਼ਿੰਦਗੀ ਦੀਆਂ ਗੱਲਾਂ ਬਾਤਾਂ ਸੀ, ਰੋਜ਼ਮਰਾ ਦੀ ਜ਼ਿੰਦਗੀ ਦੀਆਂ ਗੱਲਾਂ ਬਾਤਾਂ, ਉਹ ਉਹਨਾਂ ਤੋਂ ਹੀ ਪਿਕ ਕੀਤੀਆਂ ਜੀ। ਜੀ ਜੀ। ਔਰ ਹਰਭਜਨ ਤੁਸੀਂ ਜਿੱਦਾਂ ਕਿਹਾ ਕਿ ਬਾਕੀ 21 ਘੰਟੇ ਤੁਹਾਡਾ ਜੋ ਪਰਸੋਨਾ ਹੈ, ਤੁਹਾਡਾ ਜੋ ਪ੍ਰੈਜੈਂਟੇਸ਼ਨ ਹੈ ਇੱਕ ਆਰਟਿਸਟ ਵਾਸਤੇ, ਤੁਸੀਂ ਬੜਾ ਆਪਣੇ ਆਪ ਨੂੰ ਸੰਭਲ ਕੇ ਰੱਖਿਆ, ਸਾਂਭ ਕੇ ਰੱਖਿਆ, ਕਿਉਂਕਿ ਲਾਈਕ ਆਈ ਸੈਡ ਇਸ ਦੇ ਵਿੱਚ ਮੋੜ ਤੇ ਵੀ ਆਉਂਦੇ ਰਹਿੰਦੇ ਆ। ਇਹ ਤੁਹਾਡੇ ਵਾਸਤੇ ਕਿੰਨਾ ਜ਼ਰੂਰੀ ਆ, ਔਰ ਦੇਖਣ ਵਾਲੇ ਓਪਨ ਕਮਿੰਗ ਆਰਟਿਸਟ ਵਾਸਤੇ ਜਿਹੜੇ ਕਿ ਤੁਹਾਡਾ ਪ੍ਰੈਜੈਂਟੇਸ਼ਨ ਔਰ ਇੱਕ ਮੇਰੇ ਲਿਹਾਜ਼ ਨਾਲ ਜੀ, ਕਿ ਦੇਖੋ ਤੁਸੀਂ, ਮੈਂ ਸਟੇਜ ਤੇ ਜਾਣਾ, ਮੈਂ ਬਹੁਤ ਸਾਰੀਆਂ ਚੀਜ਼ਾਂ ਤਾਂ ਇੱਕ ਕੁਦਰਤ ਨੇ ਤੁਹਾਨੂੰ ਦਿੱਤੀਆਂ, ਇਹਦੇ 'ਚ ਮੇਰਾ ਜ਼ੋਰ ਨਹੀਂ ਕਿ ਉਹਨਾਂ ਨੇ ਮੈਨੂੰ ਕਿਵੇਂ ਦਾ ਬਣਾਇਆ, ਕਿਸ ਤਰ੍ਹਾਂ ਦਾ ਮੈਨੂੰ। ਯੂ ਮੀਨ ਯੂ ਗੁੱਡ ਲੁੱਕਸ? ਆਈ ਡੋਂਟ ਨੋ ਲੁੱਕਸ, ਜੋ ਵੀ ਮੈਂ ਹਾਂ, ਜੋ ਮੇਰੀ ਫਿਜ਼ੀਕ, ਜੋ ਜਿਸ ਤਰ੍ਹਾਂ ਵੀ ਮੈਂ ਹਾਂ, ਉਹ ਉੱਪਰ ਵਾਲੇ ਨੇ ਘੜਿਆ ਗਾ ਜੀ ਜੀ। ਉਸ ਤੋਂ ਬਾਅਦ ਉਹਨੂੰ ਦਿੱਤੀ ਦਾਤ ਨੂੰ ਮੈਂ ਕਿੰਨਾ ਕੁ ਸੰਭਾਲ ਕੇ ਰੱਖਦਾ। ਮੈਨੂੰ ਜਗਦੇਵ ਸਿੰਘ ਜੱਸੋਵਾਲ ਸੀਗੇ, ਜੱਸੋਵਾਲ ਸਾਹਿਬ ਮੈਨੂੰ ਕੈਨੇਡਾ ਤੋਂ ਇੰਡੀਆ ਲੈ ਕੇ ਗਏ, ਤੇ ਉਹਨਾਂ ਦੀ ਇੱਕ ਗੱਲ ਮੈਨੂੰ ਬਹੁਤ ਖੂਬਸੂਰਤ ਲੱਗਦੀ ਸੀ ਕਿ ਸਾਰਾ ਦਿਨ ਤੁਸੀਂ ਦੁਨਿਆਵੀ ਚੀਜ਼ਾਂ ਜਾਂ ਪਰਿਵਾਰ ਦੀਆਂ ਸਾਰੀਆਂ ਗੱਲਾਂ, ਰੂਟੀਨ ਦੀਆਂ, ਲਾਈਫ ਦੀਆਂ ਕਰਦੇ ਰਹਿੰਦੇ ਹੋ। ਕਹਿੰਦੇ ਦਿਹਾੜੀ ਵਿੱਚ 2 4 5 ਮਿੰਟ ਜ਼ਰੂਰ ਕੱਢ ਕੇ ਕਦੇ ਆਪਣੇ ਆਪ ਨਾਲ ਵੀ ਗੱਲਾਂ ਕਰਿਆ ਕਰ, ਆਪਦੇ ਸਰੀਰ ਦਾ ਵੀ ਪੁੱਛਿਆ ਕਰ, ਤੂੰ ਠੀਕ ਆ, ਤੈਨੂੰ ਕੋਈ ਤਕਲੀਫ ਤਾਂ ਨਹੀਂ ਗੀ। ਜਿਹਦੇ ਸਹਾਰੇ ਤੁਰੇ ਫਿਰਦੇ ਆ ਸਾਰਾ ਦਿਨ, ਹਾਂਜੀ, ਇਹ ਜ਼ਿੰਦਗੀ ਚੱਲ ਰਹੀ ਹੈ, ਪਰਿਵਾਰ ਚੱਲ ਰਹੇ ਨੇ, ਕਾਰੋਬਾਰ ਚੱਲ ਰਹੇ ਨੇ, ਉਹਦੇ ਨਾਲ ਦਿਹਾੜੀ ਵਿੱਚ ਕਦੇ ਅਸੀਂ 5 ਮਿੰਟ ਬੈਠ ਕੇ ਗੱਲ ਕਰਦੇ। ਇਟਸ ਅ ਬ੍ਰਿਲੀਅੰਟ, ਤੇ ਮੈਨੂੰ ਕਿੱਡੀ ਅੱਛੀ ਗੱਲ ਆ ਨਾ। ਇਟਸ ਅ ਬ੍ਰਿਲੀਅੰਟ। ਸੋ ਆਈ ਥਿੰਕ ਤੁਹਾਨੂੰ ਆਪਣੇ ਆਪ ਨਾਲ ਗੱਲ ਕਰਨੀ ਚਾਹੀਦੀ, ਆਪਣੇ ਆਪ ਨੂੰ ਸੰਭਾਲਣਾ ਚਾਹੀਦਾ। ਆਈ ਡੋਂਟ ਟੇਕ ਕੇਅਰ ਆਫ ਮਾਈ ਸੈਲਫ ਟੂ ਲੁੱਕ ਗੁੱਡ। ਆਫ ਕੋਰਸ ਹਰ ਬੰਦਾ ਚੰਗਾ ਲੱਗਣਾ ਚਾਹੁੰਦਾ ਆਪਣੇ ਆਪ ਨੂੰ, ਬਟ ਉਸ ਤੋਂ ਵੀ ਇੰਪੋਰਟੈਂਟ ਤੁਹਾਡੇ ਵਾਈਫ ਆ, ਤੁਹਾਡੇ ਬੱਚੇ ਆ, ਤੁਹਾਡਾ ਕਰੀਅਰ ਹੈਗਾ, ਤੁਹਾਨੂੰ ਚਾਹੁਣ ਵਾਲੇ ਨੇ। ਸੋ ਆਈ ਥਿੰਕ ਇਟਸ ਮਾਈ ਰਿਸਪੋਂਸਿਬਿਲਿਟੀ ਟੂ ਟੇਕ ਕੇਅਰ ਆਫ ਮਾਈ ਸੈਲਫ, ਬੀ ਹੈਲਥੀ, ਬੀ ਇਨ ਦ ਬੈਸਟ ਸ਼ੇਪ, ਬੈਸਟ ਫਾਰਮ। ਕਿਉਂਕਿ ਕਿੰਨੇ ਲੋਕ ਨੇ ਜਿਹੜੇ ਤੁਹਾਨੂੰ ਦੇਖ ਕੇ, ਜਾਂ ਖਾਸ ਤੌਰ ਤੇ ਜਿਹੜਾ ਪਰਿਵਾਰ ਆ ਤੁਹਾਡਾ, ਬੱਚਿਆਂ ਦਾ, ਆਈ ਓ ਇਟ ਟੂ them। ਜੀ ਜੀ। And you owe it to your wife because you want her to look good for you? Of course. You got to look good for her as well. ਪਰ ਜੇ ਓਕੇ ਕੈਨੇਡਾ ਦੀ ਗੱਲ ਕਰਦੇ ਸੀ, ਔਰ ਆਬਵੀਅਸਲੀ ਤੁਹਾਡਾ ਜੋ ਪਰਿਵਾਰਕ ਤੌਰ ਤੇ ਗੁਰਸੇਵਕ ਨੂੰ ਅਸੀਂ ਤੁਹਾਡੇ ਨਾਲ ਉਹਨਾਂ ਨੂੰ ਪਾਈਦਾ, ਉਹਨਾਂ ਨੂੰ ਦੇਖੀਦਾ ਸੰਗੀਤ ਦੀ ਤੌਰ ਤੇ, ਔਰ ਤੁਸੀਂ ਦੋਨੇ ਸਟੇਜ ਤੇ ਪੇਸ਼ ਹੋਏ, ਪਰ ਤੁਹਾਡਾ ਪਰਿਵਾਰ ਵੈਸੇ ਵੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਕਾਫੀ ਵੱਡਾ। ਬਹੁਤ ਅਸੀਂ ਜੀ ਬਹੁਤ ਖੁਸ਼ਕਿਸਮਤ ਆ, ਅਸੀਂ 4 ਭਰਾ 3 ਭੈਣਾਂ, ਤੇ ਮਦਰ ਸਾਡਿਆਂ ਦੀ ਬਹੁਤ ਛੋਟੀ ਉਮਰ 'ਚ 77 ਦੇ ਵਿੱਚ ਮੇਰੇ ਮਦਰ ਦੀ ਡੈਥ ਹੋ ਗਈ ਸੀ ਜੀ। ਲੇਕਿਨ ਵੱਡੀ ਭਾਬੀ ਮਾਵਾਂ ਤੋਂ ਵੱਧ ਕੇ, ਉਹਨਾਂ ਨੇ ਕਦੇ ਮਾਂ ਦੀ ਕਮੀ ਨਹੀਂ ਮਹਿਸੂਸ ਹੋਣ ਦਿੱਤੀ, ਔਰ ਦੁਨੀਆ ਦੀਆਂ ਮਾਵਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ। ਮੈਂ ਕਹਿੰਦਾ ਜੀ ਕਿ ਸਭ ਕਲਾਕਾਰਾਂ ਤੋਂ ਵੱਧ ਕੇ ਮਾਵਾਂ ਨੇ ਪਿਆਰ ਜੇ ਕਿਸੇ ਕਲਾਕਾਰ ਨੂੰ ਦਿੱਤਾ ਤਾਂ ਸ਼ਾਇਦ ਉਹ ਮੈਂ ਆਂਗਾ ਜੀ। ਜੀ ਜੀ। ਔਰ
ਭੈਣ ਭਰਾਵਾਂ ਦੇ ਵਿੱਚ ਸਾਡੇ ਪ੍ਰਮਾਤਮਾ ਦੀ ਕਿਰਪਾ ਨਾਲ ਅੱਜ ਮੇਰਾ ਖਿਆਲ ਨਹੀਂ ਅਸੀਂ ਇਹ ਕਹਿ ਸਕਦੇ ਹਾਂ ਕਿ ਆਮ ਪਰਿਵਾਰਾਂ ਵਿੱਚ ਜੋ ਹਾਲਾਤ ਨੇ ਭੈਣ ਭਰਾ, ਜਿਵੇਂ ਮੈਂ ਹੁਣੇ ਇੱਕ ਗਾਣਾ ਨਵਾਂ ਤਿਆਰ ਕੀਤਾ ਕਿ ਗੱਲ ਸੱਚ ਸਿਆਣਿਆਂ ਦੀ ਤੂੰ ਵੀ ਯਾਰ ਪਰਖ ਲਈ ਭਾਵੇਂ, ਕਦੇ ਸਾਥ ਨਿਭਾਉਂਦੇ ਨਾ ਨਾਲ ਤਾਂ ਤੁਰ ਪੈਂਦੇ ਪਰਛਾਵੇਂ। ਜੀ ਕੀ ਹੋ ਅਣਹੋਣੀ ਗਈ, ਕਿਹੋ ਜਿਹਾ ਆ ਗਿਆ ਵਕਤ ਕੁਲਹਿਣਾ, ਜਦ ਵਿੱਚ ਕਚਹਿਰੀਆਂ ਦੇ ਝਗੜਦੀਆਂ ਮਾਂ ਜਾਇਆ ਨਾਲ ਭੈਣ। ਜਿਹੜੇ ਸ਼ੱਕਾਂ ਪੂਰਦੇ ਰਹੇ ਵੀਰ ਵੀ ਰਹਿ ਗਏ ਟਾਵੇਂ ਟਾਵੇਂ। ਸੋ ਹਾਲਾਤ ਦੁਨੀਆ ਇਸ ਤਰ੍ਹਾਂ ਦੀ ਹੋ ਗਈ ਹੈ, ਪਰ ਪ੍ਰਮਾਤਮਾ ਦੀ ਕਿਰਪਾ ਸਾਡੇ 7 ਭੈਣ ਭਰਾਵਾਂ 'ਚ ਅੱਜ ਤੱਕ ਕੋਈ ਫਰਕ ਨਹੀਂ ਗਾ, ਕੋਈ ਰੌਲਾ ਨਹੀਂ, ਕੋਈ ਲੜਾਈ ਨਹੀਂ। ਔਰ ਸਿਰਫ ਸਾਨੂੰ ਇੱਕ ਸੱਟ ਲੱਗੀ ਕਿ ਜਿਹੜਾ ਗੁਰਸੇਵਕ ਸਭ ਤੋਂ ਛੋਟਾ ਭਰਾਵਾਂ ਵਿੱਚੋਂ, ਫਿਰ ਮੈਂ ਆ, ਫਿਰ 2 ਵੱਡੇ ਭਰਾ ਹੋਰ, ਤੇ ਜਿਹੜਾ ਮੈਥੋਂ ਵੱਡਾ ਸੀ, ਜਿਹੜਾ ਮੇਰਾ ਯਾਰ ਵੀ ਸੀ, ਮੇਰੇ ਦਿਲ ਦੇ ਬਹੁਤ ਨੇੜੇ ਸੀ, ਤੇ ਉਹ ਅਨਫੋਰਚੂਨੇਟਲੀ ਉਹ 2 ਸਾਲ ਪਹਿਲਾਂ ਉਹਦੀ ਕੈਂਸਰ ਨਾਲ ਡੈਥ ਹੋ ਗਈ। ਹਾਂਜੀ, ਤੇ ਅਦਰਵਾਈਜ਼ ਬੜਾ ਵਧੀਆ ਪਰਿਵਾਰ, ਬਹੁਤ ਮਾਲਕ ਨੇ ਭਾਗ ਲਾਏ ਹੈ ਜੀ, ਬਹੁਤ ਖੁਸ਼ ਹਾਂ ਜੀ, ਬਹੁਤ ਰੂਹ ਨੂੰ ਸ਼ਾਂਤੀ, ਚਰਨਾਂ ਦੇ ਵਿੱਚ ਸ਼ਾਂਤੀ ਬਖਸ਼ੇ। ਸੋ ਹਰਭਜਨ, ਜਦੋਂ ਚਲੋ ਵੱਡੇ ਭਾਜੀ ਹੋਣਾ ਤੁਸੀਂ ਜ਼ਿਕਰ ਕੀਤਾ, ਜਦੋਂ ਉਹਨਾਂ ਨੂੰ ਕਿਹਾ ਕਿ ਮੈਂ ਆਬਵੀਅਸਲੀ ਤੁਸੀਂ ਗਾਉਂਦੇ ਤੇ ਛੋਟੇ ਹੁੰਦੇ ਆਏ ਸੀ, ਤੁਹਾਡੇ ਡੈਡੀ ਜੀ ਹੋਣਾ ਨੇ ਤੁਹਾਨੂੰ ਅਸ਼ੀਰਵਾਦ ਦੇ ਦਿੱਤਾ ਸੀ, ਪਰ ਵੈਨ ਯੂ ਵਾਂਟਡ ਟੂ ਗੋ ਪ੍ਰੋਫੈਸ਼ਨਲੀ, ਉਦੋਂ ਪਰਿਵਾਰਕ ਤੌਰ ਤੇ ਤੁਹਾਨੂੰ ਕਿੱਦਾਂ ਜਾਣੇ ਕਿ ਵੀ ਕਹਿੰਦੇ ਹਾਂਜੀ ਠੀਕ ਹੈ ਜੀ? ਮੇਰੇ ਪਰਿਵਾਰ ਨੇ ਮੇਰੀ ਬਹੁਤ ਸਪੋਰਟ ਉਦੋਂ ਜੋ ਜ਼ਮਾਨਾ ਹੁਣ ਮੇ ਵੀ ਉਦੋਂ ਨਹੀਂ ਸੀ ਇਹ ਜ਼ਮਾਨਾ। ਪਿੰਡ ਵਿੱਚ ਬਹੁਤ ਗੱਲਾਂ ਸੁਣਨੀਆਂ ਪੈਂਦੀਆਂ ਸੀ ਜੀ ਮੇਰੇ, ਕਿਉਂਕਿ ਅਸੀਂ ਇੱਕ ਜ਼ਿਮੀਂਦਾਰਾ ਪਰਿਵਾਰ ਚੋਂ ਹਾਂ ਜੀ, ਤੇ ਇਮੈਜਿਨ ਬੈਕ ਇਨ 77 78 ਉਦੋਂ ਸਿੰਗਿੰਗ ਨੂੰ ਕੋਈ ਬਹੁਤਾ ਚੰਗਾ ਨਹੀਂ ਸਮਝਿਆ ਜਾਂਦਾ ਸੀ ਜੀ। ਤੇ ਪਰ ਮੇਰੇ ਫਾਦਰ ਸਾਹਿਬ, ਮੇਰੇ ਮਦਰ, ਉਹਨਾਂ ਨੇ ਹਮੇਸ਼ਾ ਸਾਨੂੰ ਉਤਸ਼ਾਹਿਤ ਹੀ ਕੀਤਾ। ਵੈਸੇ ਵੀ ਜ਼ਿੰਦਗੀ 'ਚ ਕਦੇ ਸਾਨੂੰ ਕੁਐਸਚਨ ਨਹੀਂ ਕੀਤਾ ਕਿੱਥੇ ਜਾ ਰਹੇ ਹੋ, ਕੀ ਆ ਰਹੇ ਹੋ, ਸ਼ਾਇਦ ਉਹਨਾਂ ਨੂੰ ਸਾਡੇ ਤੇ ਵਿਸ਼ਵਾਸ ਹੀ ਇੰਨਾ ਸੀਗਾ। ਫਿਰ ਸਭ ਤੋਂ ਵੱਡੀ ਜਿਹੜੀ ਗੱਲ ਹੁੰਦੀ ਹੈ ਤੁਹਾਡੀ ਲਾਈਫ ਦੇ ਵਿੱਚ, ਜਿਹੜੇ ਤੁਹਾਡੇ ਕੀ ਪੈਥ ਤੇ ਤੁਸੀਂ ਚੱਲਦੇ ਹੋ, ਕੀ ਡਿਸੀਜਨ ਤੁਸੀਂ ਕਰਦੇ ਹੋ, ਉਹ ਤੁਹਾਡਾ ਜੀਵਨ ਸਾਥੀ ਹੈ, ਤੁਹਾਡੀ ਵਾਈਫ ਹੈ। ਤੇ ਮੈਂ ਸ਼ਾਇਦ ਸਭ ਤੋਂ ਜੇ ਵੱਡਾ ਯੋਗਦਾਨ ਕਵਾਂ ਮੇਰੇ ਕਰੀਅਰ ਦੇ ਵਿੱਚ, ਮੇਰੇ ਇੱਥੋਂ ਤੱਕ ਪਹੁੰਚਣ ਦੇ ਵਿੱਚ, ਉਹ ਸਫ਼ਰ 'ਚ ਸ਼ਾਇਦ ਸਭ ਤੋਂ ਵੱਡਾ ਯੋਗਦਾਨ ਮੇਰੀ ਵਾਈਫ ਦਾ। ਕਿਉਂਕਿ ਮੇਰੀ ਸ਼ਾਦੀ ਤੋਂ ਬਾਅਦ ਜਦ ਮੈਂ ਪ੍ਰੋਫੈਸ਼ਨਲ ਤੌਰ ਤੇ ਮੈਂ ਸਿੰਗਰ ਬਣਨਾ ਚਾਹੁੰਦਾ ਸੀ, ਐਂਡ she went to Canada when she was only about 7 ਜੀ। ਸੋ ਸਾਰੀ ਉਹਦੀ ਅਪਬ੍ਰਿੰਗਿੰਗ, ਫੈਮਿਲੀ ਸਾਰੀ ਕੈਨੇਡਾ, ਫਰੈਂਡਸ ਕੈਨੇਡਾ, ਸਾਰੀ ਸਕੂਲਿੰਗ ਕੈਨੇਡਾ ਦੀ, ਸਾਰੇ ਉਹ ਮਾਹੌਲ 'ਚੋਂ ਜੰਮੀ ਪਲੀ ਜੀ। ਤੇ ਮੈਂ ਜਦੋਂ ਡਿਸਾਈਡ ਕੀਤਾ ਕਿ ਮੈਂ ਸਿੰਗਰ ਬਣਨਾ, ਮੈਂ ਇੰਡੀਆ ਜਾਣਾ, ਤੇ ਉਦੋਂ ਬਹੁਤ ਵੱਡੀ ਉਹ ਸੈਕਰੀਫਾਈਸ ਸੀ ਉਹਦੀ ਕਿ ਜਾ ਕੇ ਵੈਨਕੂਵਰ ਤੋਂ, ਟੋਰਾਂਟੋ ਤੋਂ ਇੱਕ ਜਾ ਕੇ ਪਟਿਆਲੇ ਛੋਟੇ ਜਿਹੇ ਸ਼ਹਿਰ ਦੇ ਵਿੱਚ ਰਹਿਣਾ ਤੇ ਆਪਣੇ ਆਪ ਨੂੰ ਉੱਥੇ ਐਡਜਸਟ ਕਰਨਾ। ਸੋ ਉਹ ਇੱਕ ਐਡੀ ਵੱਡੀ ਸੈਕਰੀਫਾਈਸ ਜਿਹੜੀ ਕਿ ਚੀਜ਼ ਨੇ ਮੈਨੂੰ ਹਰਭਜਨ ਮਾਨ ਬਣਾਇਆ। ਐਂਡ ਡਸ ਸ਼ੀ ਅੰਡਰਸਟੈਂਡ ਦ 뮤직 ਸਾਈਡ? ਆਬਵੀਅਸਲੀ ਛੋਟੇ ਹੁੰਦੇ ਗਏ, ਪਰ ਉਹ ਵੀ 뮤직 ਫੈਮਿਲੀ ਦੇ ਵਿੱਚ? ਉਹ ਜਿਹੜੇ ਮੇਰੇ ਉਸਤਾਦ ਕਰਨੈਲ ਸਿੰਘ ਪਾਰ ਸਾਹਿਬ, ਉਹਨਾਂ ਦੀ ਗ੍ਰੈਂਡ ਡਾਟਰ ਹੈ ਜੀ। ਆਲਰਾਈਟ, ਓਕੇ। ਤੇ ਵੈਸੇ ਕੋਈ ਐ ਸੰਗੀਤ ਦਾ ਉਹਨਾਂ ਨੂੰ ਨਹੀਂ ਕਿ ਸ਼ੀ ਇਜ਼, ਸੋ ਯੂ ਸਿਲੈਕਟਡ ਵੈਲ ਜਸਟ ਇਨ ਕੇਸ ਕੋਈ ਹੋਵੇ ਫਿਰ ਵੱਡੇ ਨਾਨਾ ਜੀ ਤੇ। ਮੈਂ ਆਈ ਬੀਨ ਟਰੂਲੀ ਬਲੈਸਡ, ਬਹੁਤ ਉਹ ਤਹਿਜ਼ੀਬ ਵਾਲੀ, ਸੰਸਕਾਰਾਂ ਵਾਲੀ ਲੜਕੀ ਹੈ ਜੀ, ਔਰ ਆਸਮ ਵਾਈਫ, ਆਸਮ ਮਦਰ, ਇੰਨੇ 3 ਖੂਬਸੂਰਤ ਬੱਚੇ ਸਾਡੇ, ਜਿਨ੍ਹਾਂ ਨੂੰ ਮਤਲਬ ਮੈਂ ਜਿੰਨੀ ਪਰਵਰਿਸ਼, ਅਪਬ੍ਰਿੰਗਿੰਗ ਜਿਹੜੀ ਉਹਨੇ ਦਿੱਤੀ ਹੈ ਕਿ ਉਹ ਕਮਾਲ, ਔਨ ਹਰ ਓਨ। ਮੈਂ ਆਮ ਹਾਰਡਲੀ ਅਰਾਊਂਡ, ਤੇ that's what we were talking, wasn't it? I said ਹਰਭਜਨ ਕਿੱਦਾਂ ਪਰਿਵਾਰ ਠੀਕ ਹੈ, ਰਾਜੀ ਖੁਸ਼ੀ ਹੈ, and you said ਮੇਰਾ ਖਿਆਲ ਠੀਕ ਹੀ ਹੋਣਗੇ ਜੀ। ਖਬਰ ਮਿਲ ਕਿਉਂਕਿ ਮੈਂ ਉਹਨਾਂ ਨੂੰ ਹੁਣ ਜੀ ਆਫਟਰ ਆਈ ਸਾ them after 3.5 months, ਐਂਡ ਉਹ ਵੀ ਫॉर about 10 days, ਉਹ 10 ਦਿਨਾਂ ਦੇ ਵਿੱਚੋਂ 7-8 ਦਿਨ ਫਿਲਮ ਦੀ ਪ੍ਰਮੋਸ਼ਨ ਚ ਲੰਘ ਗਈ ਕੈਨੇਡਾ। What do you do with them, Harbhajan, as a dad when you do see them? I do can everything. imagine you to be an awesome dad. Soon as I'm home, ਬਸ ਫਿਰ ਮੈਂ ਡੈਡ ਹਾਂ ਜੀ। ਮੈਂ ਉਹਨਾਂ ਨੂੰ ਜਗਾਉਣਾ, ਸਵਾਉਣਾ, ਹੱਸਣਾ, ਖੇਡਣਾ। I make sure it doesn't matter what time I go to sleep. I make sure, especially the younger one, ਉਹ ਅਜੇ 4th class ਵਿੱਚ ਹੈ ਜੀ, grade 'ਚ। So I get up, I get him ready, ਛੱਡ ਕੇ ਆਉਣਾ, ਉਹਨੂੰ ਲੈ ਕੇ ਆਉਣਾ। ਤੇ I love doing outdoor activities with them. Bike riding ਜਾਣੀ ਆ, skating ਜਾਣਾਗਾ, ice skating, whatever we go, skiing, ਜੋ I enjoy life. And you have two boys and 2 boys and a girl. And a girl as well. And will they come into your line of? Would you advise them to come into your line of work? ਅਸੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਜੀ, ਮੇਰੇ ਫਾਦਰ ਸਾਹਿਬ ਨੇ ਮੈਨੂੰ ਕਿਸੇ ਚੀਜ਼ ਤੋਂ ਰੋਕਿਆ ਨਹੀਂ, Right. ਬਲਕਿ ਸਾਨੂੰ ਕਿਸੇ ਭੈਣ ਭਰਾ ਨੂੰ ਨਹੀਂ ਰੋਕਿਆ।
ਤੇ ਉਹ ਤਾਂ ਉਸ ਵਕਤ ਜਦੋਂ ਇੱਕ ਪਿੰਡਾਂ ਵਿੱਚ ਖੇਤੀਬਾੜੀ ਕਰਦੇ ਸੀ, ਤੇ ਅੱਜ ਤਾਂ ਮੈਂ ਉਹਨਾਂ ਨੂੰ ਕਿਸੇ ਚੀਜ਼ ਤੋਂ ਮੈਂ ਰੋਕਣਾ ਨਹੀਂ ਚਾਹੁੰਦਾ, ਨੋਰ ਮਾਈ ਵਾਈਫ ਨੋਰ ਆਈ, ਕਿ ਅਸੀਂ ਉਹਨਾਂ ਨੂੰ ਕਹੀਏ ਆਹ ਨਹੀਂ ਕਰ ਸਕਦੇ, ਆਹ ਨਹੀਂ ਕਰ ਸਕਦੇ ਜੀ। ਹਾਂ, ਬੇਸਿਕ ਇੱਕ ਚੀਜ਼ ਅਸੀਂ ਉਹਨਾਂ ਨੂੰ ਜ਼ਰੂਰ ਕਹੀਏ ਕਿ ਆਪਦੀ ਇੱਕ ਐਜੂਕੇਸ਼ਨ, ਆਪਦੀ ਡਿਗਰੀ ਜ਼ਰੂਰ ਲਓ, ਉਸ ਤੋਂ ਬਾਅਦ ਤੁਸੀਂ ਇੱਧਰ ਆਉਣਾ, ਤੁਸੀਂ ਕੀ ਕਰਨਾ ਹੈਗਾ, ਉਹ ਤੁਹਾਡੀ ਚੋਇਸ ਹੈ। ਜੀ ਜੀ। ਔਰ ਹਰਭਜਨ, ਸੋ ਲੈਟਸ ਜਸਟ ਗੋ ਬੈਕ ਟੂ ਓਏ ਹੋਏ, huge album, Chittiye Ne Chittiye, Jug Jiundiyan De Mele. That was your singing career. Tell me a little bit about that time when you actually went into to that ਮੈਂ field. ਜੀ 85 ਦੇ ਵਿੱਚ I was very young then, but somehow ਇੱਕ ਹੌਸਲਾ ਕਰਕੇ, ਹਿੰਮਤ ਕਰਕੇ ਮੈਂ ਫਸਟ ਟਾਈਮ ਅਸੀਂ ਗਏ ਕੈਨੇਡਾ 1980 ਦੇ ਵਿੱਚ, ਤੇ 5 ਸਾਲਾਂ ਬਾਅਦ ਪਹਿਲੀ ਵਾਰ ਅਸੀਂ ਇੰਡੀਆ ਵਾਪਸ ਆਏ 85 ਚ, ਤੇ ਉਨੀ ਦਿਨੀ ਇੱਕੋ ਕੰਪਨੀ ਸੀ HMV ਜੀ। ਤੇ ਮੈਂ ਇਕਬਾਲ ਮਾਹਲ ਸਾਹਿਬ ਦੀ somehow he knew the general manager of HMV that time, ਜ਼ਹੀਰ ਅਹਿਮਦ ਸਾਹਿਬ ਸੀਗੇ, ਤੇ ਮੈਂ ਉਹਨਾਂ ਦੀ ਚਿੱਠੀ ਲੈ ਕੇ ਉਹਨਾਂ ਕੋਲੇ ਗਿਆ। ਤੇ ਹੁਣ ਵੀ ਮੈਂ ਕਈ ਵਾਰੀ ਜਦੋਂ ਸੋਚਦਾ ਹੁੰਦਾ ਡਾਊਨ ਦਾ ਮੈਮਰੀ ਲੇਨ, ਜਦੋਂ ਪਿੱਛੇ ਜਾਂਦਾ ਮੈਂ, ਵੀ ਕਿਵੇਂ ਮੈਂ ਛੋਟਾ ਜਿਹਾ ਸੀ ਉਦੋਂ, 16-17 ਸਾਲਾਂ ਦੇ ਬੱਚੇ ਨੂੰ ਕਿੰਨੀ ਕੁ ਸਮਝ ਹੁੰਦੀ ਹੈ, ਕਿਵੇਂ ਮੇਰੇ 'ਚ ਹਿੰਮਤ ਆਈ। ਸਾਰੀ ਲਾਈਵ ਰਿਕਾਰਡਿੰਗ, 20 ਮਿਊਜ਼ੀਸ਼ੀਅਨ ਬੈਠੇ ਆ ਤੇ ਤੁਸੀਂ ਉਹਨਾਂ ਨਾਲ ਰਿਕਾਰਡਿੰਗ ਕਰਨੀ ਆ। ਆਈ ਡਿਡਨਟ ਨੋ ਮੱਚ, ਉਦੋਂ ਸੁਰ ਤਾਲ ਦੀ ਵੀ ਕੋਈ ਇੰਨੀ ਸਮਝ ਨਹੀਂ ਸੀਗੀ, ਬਟ ਆਈ ਗੈਸ ਉਹ ਇੱਕ ਮੇਰੇ 'ਚ ਸੀਗਾ ਕਿ ਮੈਂ ਬਣਨਾ, ਮੈਂ ਜਾਣਾ। ਤੇ ਮੈਂ ਰਿਕਾਰਡਿੰਗ ਲਈ ਗਿਆ ਉੱਥੇ ਜੀ, ਇੱਕ ਪਹਿਲਾਂ ਉਦੋਂ LP ਬਣਦੇ ਹੁੰਦੇ ਸੀ, ਉਹ 85 ਦਾ ਰਿਕਾਰਡ ਹੋਇਆ ਤੇ 88 ਤੱਕ ਰਿਲੀਜ਼ ਨਾ ਹੋਇਆ, ਉਵੇਂ ਪਿਆ ਰਿਹਾ। ਰਾਈਟ। ਉਹਨਾਂ ਨੇ 88 ਚ ਜਦੋਂ ਉਹ LP ਰਿਲੀਜ਼ ਕੀਤਾ, ਇਸ਼ਕ ਦੇ ਮਾਮਲੇ ਉਹਦਾ ਟਾਈਟਲ ਸੀ, ਤਾਂ ਤੁਸੀਂ ਅੱਜ ਜੇ ਸੁਣੋ ਤਾਂ ਮੇਰੀ ਉਹਦੀ ਆਵਾਜ਼ ਹੈ ਜਿਹੜੀ ਉਹਦੇ ਚ ਬੱਚਿਆਂ ਵਾਲੀ ਹੈਗੀ, ਪਤਲੀ ਬਹੁਤ ਆਵਾਜ਼ ਹੈ। ਮੈਨੂੰ ਹੁਣ ਵੀ ਬਹੁਤ ਹਾਸਾ ਜਦੋਂ ਰਿਕਾਰਡਿੰਗ ਸੁਣਦੇ ਹੈਗੇ ਜੀ। ਉਹ ਹੋਈ ਫਿਰ 89 ਦੇ ਵਿੱਚ ਚਰਨਜੀਤ ਹੂਜਾ ਸਾਹਿਬ, ਉਹ ਜਿਵੇਂ ਆਪਾਂ ਪਾਰਸ ਦਾ ਮਤਲਬ ਹੁੰਦਾ ਕਿ ਏਸੀ ਉਹ ਵੱਟੀ ਕੇ ਜਿਹਦਾ ਜਿਹੜਾ ਉਹਦੇ ਨਾਲ ਜੁੜ ਜਾਵੇ ਉਹ ਸੋਨਾ ਬਣ ਜਾਂਦਾ, ਘਸ ਜਾਵੇ ਜਿਹੜਾ ਉਹਦੇ ਨਾਲ। ਤੇ ਫਿਰ ਹੂਜਾ ਸਾਹਿਬ ਸ਼ੋਅ ਲੈ ਕੇ ਗਏ ਕੈਨੇਡਾ, ਤੇ ਫਿਰ ਇਤਫਾਕਨ ਉੱਥੇ ਇਕਬਾਲ ਮਾਹਲ ਸਾਹਿਬ ਦੇ ਘਰੇ ਖਾਣੇ ਦੇ ਬੁਲਾਏ, ਤੇ ਉਹ ਮੇਰੀ ਉਹਨਾਂ ਨਾਲ ਮੁਲਾਕਾਤ ਕਰਵਾਈ ਕਿ ਲੜਕਾ ਜੀ ਇੱਥੇ ਨੂੰ ਗਾਉਣ ਦਾ ਸ਼ੌਕ ਆ। ਤੇ ਮੈਨੂੰ ਕਲੀਅਰਲੀ ਯਾਦ ਆ, ਅਸੀਂ ਤਿੰਨੇ ਉਹ ਵਾਸ਼ਰੂਮ 'ਚ ਖੜੇ, ਖਾਣਾ ਖਾ ਕੇ ਹੱਥ ਧੋ ਰਹੇ, ਤੇ ਅਸੀਂ ਤਿੰਨੇ ਖੜੇ ਆ। ਹੂਜਾ ਸਾਹਿਬ ਕਹਿੰਦੇ ਫਿਰ ਇਹਨੂੰ ਇੰਡੀਆ ਭੇਜੋ ਮੇਰੇ ਕੋਲੇ। ਸੋ ਮੈਂ ਕੁਛ ਪੈਸੇ ਆਪ, ਕਿਉਂਕਿ ਮੈਂ ਸਟੂਡੈਂਟ ਹੁੰਦਿਆਂ ਨਾਲ ਨਾਲ ਵਾਰ ਐਤਵਾਰ ਨੂੰ ਮੈਂ ਕੈਬ ਚਲਾਉਂਦਾ ਸੀ, ਤੇ ਕੁਛ ਦੋਸਤਾਂ ਮਿੱਤਰਾਂ ਤੋਂ ਪੈਸੇ ਫੜ ਕੇ ਸੋ ਮੈਂ ਦਿੱਲੀ ਚਲੇ ਗਿਆ ਜੀ ਹੂਜਾ ਸਾਹਿਬ ਕੋਲੇ 89 ਚ। ਤੇ ਹੂਜਾ ਸਾਹਿਬ ਨੇ ਮੇਰੀ ਪਹਿਲੀ ਰਿਕਾਰਡਿੰਗ ਕੀਤੀ, ਉਹਦਾ ਐਲਬਮ ਦਾ ਟਾਈਟਲ ਸੀ ਗਿੱਧਾ ਪੰਜਾਬੜਾਂ ਦਾ। ਤੇ ਗਿੱਧਾ ਪੰਜਾਬੜਾਂ ਦਾ ਜਿਹੜੀ ਉਹ ਸਕਸੈਸ ਨਾ ਹੋਈ, ਉਹ ਫਲਾਪ ਹੋ ਗਈ ਐਲਬਮ। ਲੇਕਿਨ ਉਹਦੇ 'ਚ ਇੱਕ ਗਾਣਾ ਬਹੁਤ ਖੂਬਸੂਰਤ ਸੀ ਜਿਹੜਾ ਬਾਅਦ 'ਚ ਬੜਾ ਅਪਰੀਸ਼ੀਏਟ ਹੋਇਆ, ਇੱਥੋਂ ਦੇ ਬਲਦੇਵ ਮਸਤਾਨਾ ਸਾਹਿਬ ਦਾ ਲਿਖਿਆ ਹੋਇਆ ਸੀ। ਆਵੇ ਮਾਹੀ ਤੈਨੂੰ ਨੈਣਾ 'ਚ ਵਸਾ ਕੇ, ਝੱਲ ਪਲਕਾਂ ਦੀ ਝੱਲਾਂ, ਹਿਜਰਾਂ ਦੀ ਅੱਗ ਦੀਆਂ ਹੰਝੂਆਂ ਦੇ ਹੜ ਰਾਹੀਂ, ਦੱਸਾਂ ਤੈਨੂੰ ਦਿਲ ਦੀਆਂ ਗੱਲਾਂ। ਮਸਤਾਨੇ ਢੋਲਣਾ ਵੇ, ਹਾਂ ਮਸਤਾਨੇ ਢੋਲਣਾ ਵੇ, ਸੱਚ ਸੱਚ ਬੋਲਣਾ ਵੇ, ਕਦੋਂ ਤੱਕ ਮੋੜੇਗਾ ਮਹਾਰਾ। ਸੋ ਉਹ ਨਾ ਚੱਲੀ ਜੀ, ਤੇ ਫਿਰ ਬਹੁਤ ਦਿਲ ਟੁੱਟਿਆ ਕਿ ਕੀ ਕਰਿਆ ਜਾਵੇ ਜੀ। ਉਨੀ ਦਿਨੀ, ਅੱਜ ਕੱਲ੍ਹ ਤਾਂ ਚਲੋ ਇੰਡੀਆ ਆਉਣਾ ਜਾਣਾ ਆਮ ਹੋ ਗਿਆ ਜੀ, ਹਰ ਬੰਦੇ ਦਾ ਬੜਾ ਈਜ਼ੀ ਹੋ ਗਿਆ। ਉਨੀ ਦਿਨੀ ਦਾ ਇੱਕ ਬੜਾ ਵੱਡਾ ਇੱਕ ਮਿਸ਼ਨ ਹੁੰਦਾ ਸੀਗਾ ਕਿ ਇੰਡੀਆ ਜਾਣਾ ਹੈਗਾ ਜੀ, ਸਪੈਸ਼ਲੀ ਕੈਨੇਡਾ ਤੋਂ 20 ਰਿਸ਼ਤੇਦਾਰ ਤੋਰਨ ਆਉਂਦੇ ਹੁੰਦੇ ਸੀ ਜੀ। ਚਲੋ ਸਾਲ ਕੁ ਬਾਅਦ ਫਿਰ ਮੈਂ ਹਿੰਮਤ ਕਰਕੇ 4 ਪੈਸੇ ਇਕੱਠੇ ਕਰਕੇ ਮੈਂ ਫਿਰ ਗਿਆ ਉਹਨਾਂ ਕੋਲ ਰਿਕਾਰਡਿੰਗ ਲਈ। ਤੇ ਅਸੀਂ ਦਿੱਲੀ ਤੋਂ ਰਾਜਧਾਨੀ ਐਕਸਪ੍ਰੈਸ ਟ੍ਰੇਨ ਬੰਬੇ ਨੂੰ ਜਾਂਦੀ ਹੁੰਦੀ ਸੀ ਜੀ। ਤੇ ਅਸੀਂ 4:30 ਉਹ ਟ੍ਰੇਨ 'ਚ ਬੈਠੇ, ਤੇ ਮੈਂ ਸੰਗਦੇ ਸੰਗਾਉਂਦੇ ਨੇ ਮੈਂ ਹੂਜਾ ਸਾਹਿਬ ਨੂੰ ਕਿਹਾ, ਮੈਂ ਕਿਹਾ ਜੀ ਮੇਰੇ ਲਈ ਹਰੇਕ ਵਾਰੀ ਪੈਸੇ ਜੋੜਨੇ, ਇੰਡੀਆ ਆਉਣਾ ਬੜਾ ਔਖਾ, ਪਲੀਜ਼ ਇਸ ਵਾਰ ਐਲਬਮ ਦੇ ਵਿੱਚ ਕੋਈ ਕਸਰ ਨਾ ਰਹਿਣ। ਕਿਆ ਬਾਤ ਹੈ। ਹੂਜਾ ਸਾਹਿਬ ਨੂੰ ਕਹਿਣਾ ਬਹੁਤ ਮੈਂ ਹਿੰਮਤ ਕਰ ਕਰਕੇ ਕਿਉਂਕਿ ਹੂਜਾ ਸਾਹਿਬ ਤੋਂ ਸਭ ਡਰਦੇ ਬਹੁਤ ਹੁੰਦੇ ਸੀ ਕਲਾਕਾਰ, ਉਹ ਮਾਸਟਰ ਸੀ ਆਪਦੇ ਕੰਮ ਦੇ। ਤੇ ਮੈਂ ਜਦੋਂ ਆਹ ਗੱਲ ਕੀਤੀ ਤਾਂ ਉਹਨਾਂ ਨੇ ਮੈਨੂੰ ਬੜੀ ਸੋਹਣੀ ਗੱਲ ਕਹੀ, ਉਹ ਕਿ ਹਰਭਜਨ ਇੱਕ ਦੂਸਰੇ ਨੂੰ ਸਮਝਣ 'ਚ ਥੋੜਾ ਟਾਈਮ ਲੱਗਦਾ ਹੁੰਦਾ ਕਿ ਇਹਨੂੰ ਕੰਪੋਜੀਸ਼ਨ ਕੀ ਸੂਟ ਕਰਦੀ ਆ, ਕੰਟੈਂਟ ਇਹਨੂੰ ਕਿਸ ਤਰ੍ਹਾਂ ਦਾ, ਸਬਜੈਕਟ ਮੈਟਰ ਕਿਸ ਤਰ੍ਹਾਂ ਦਾ ਇਹਦੇ ਮੂੰਹੋਂ ਚੰਗਾ ਲੱਗਦਾ, ਕਿਹੜੀ ਪਿਚ ਚੰਗੀ ਲੱਗਦੀ ਹੈ ਜੀ। ਤੇ ਕਹਿੰਦੇ ਡੋਂਟ ਵਰੀ, ਹੁਣ ਮੈਨੂੰ ਤੇਰੀ ਸਮਝ ਆ ਗਈ। ਲੱਗ ਗਿਆ ਪਤਾ। ਉਹ ਕਹਿੰਦੇ ਮੇਰੇ ਕੋਲ ਇੱਕ ਟਰੈਕ ਬਣਿਆ ਪਿਆ
ਬਹੁਤ ਘੱਟ ਸ਼ਾਇਦ ਇਹ ਲੋਕਾਂ ਨੂੰ ਪਤਾ ਹੋ, ਜਿਹੜਾ ਟਰੈਕ ਸਭ ਤੋਂ ਪਹਿਲਾਂ ਮੇਰੀ ਪਹਿਚਾਣ ਬਣਿਆ ਜੀ ਉਹ ਕਹਿੰਦੇ ਮੈਂ ਮਲਕੀਤ ਸਿੰਘ ਲਈ ਰਿਕਾਰਡ ਕੀਤਾ ਸੀ। ਆਹ ਮਲਕੀਤ ਭਾਜੀ ਨੇ ਇੱਕ ਐਲਬਮ ਹੂਜਾ ਸਾਹਿਬ ਨਾਲ ਕੀਤੀ ਆਪਦੇ ਪੂਰੇ ਹੋਲ ਕਰੀਅਰ ਕੈਰੀਅਰ ਦੇ ਜੀ ਵਿੱਚ, ਜੀ ਹਾਂ ਕੈਰੀਅਰ ਦੇ ਵਿੱਚ। ਗੱਲ ਸੁਣ ਜਾ, ਖੜ ਜਾਣੀ ਇੱਕ ਮੇਰੀ ਗੱਲ ਸੁਣ ਜੀ। ਤੇ ਉਹ ਕਹਿੰਦੇ ਜੀ ਮੈਂ ਮਲਕੀਤ ਲਈ ਬਣਾਇਆ ਸੀਗਾ ਤੇ ਮਲਕੀਤ ਹੁਰੀ ਕਹਿੰਦੇ ਮੈਂ ਇਸ ਤਰ੍ਹਾਂ ਦੇ ਗਾਣੇ ਗਾ ਚੁੱਕਿਆ, ਪੁੱਤ ਪਰਦੇਸੀ ਹੋਣ ਜਿਨ੍ਹਾਂ ਦੇ, ਇਦਾਂ ਕਰਕੇ ਕੋਈ ਸੀ ਗੀਤ ਉਹਨਾਂ ਦਾ। ਜੀ ਜੀ ਤੇ ਉਸ ਤੋਂ ਥੋੜੀ ਦੇਰ ਬਾਅਦ ਮੈਂ ਰਿਕਾਰਡਿੰਗ ਲਈ ਚਲੇ ਗਿਆ ਤੇ ਮੈਨੂੰ ਕਹਿੰਦੇ ਅਗਰ ਤੂੰ ਗਾ ਦੇ। ਮੈਂ ਕਿਹਾ ਜੀ ਨੌਕਰ ਕੀ ਤੇ ਨਖਰਾ ਕੀ, ਹਾਂ ਦੱਸੋ ਤੁਸੀਂ। ਉਹ ਗਾਣਾ ਸੀ ਚਿੱਠੀ ਨੀ ਚਿੱਠੀ ਹੰਝੂਆਂ ਨਾਲ ਲਿਖੀ ਤੇ ਉਹ ਮੈਂ ਗਾਇਆ ਜੀ। ਕੁਝ ਗੀਤ ਮੈਂ ਆਪਦੇ ਕੋਲੋਂ ਲੈ ਕੇ ਗਿਆ ਸੀ ਜਿਹੜੇ ਮੈਨੂੰ ਚੰਗੇ ਲੱਗਦੇ ਸੀ। ਇੱਕ ਗੀਤ ਸੀ ਉਹਦੇ ਵਿੱਚ ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ। ਉਹ ਪਾਕਿਸਤਾਨ ਤੋਂ ਜਿਨ੍ਹਾਂ ਜਿਹੜੇ ਸਿੰਗਰ ਦਾ ਮੈਂ ਬਹੁਤ ਮਰੀਦ ਆ, ਜਿਨ੍ਹਾਂ ਨੂੰ ਬਹੁਤ ਫਾਲੋ ਕਰਦਾ, ਸ਼ੌਕਤ ਅਲੀ ਸਾਹਿਬ ਜੀ, ਉਹਨਾਂ ਦੇ ਬ੍ਰਦਰ ਨੇ ਅਨਾਇਤ ਅਲੀ ਜੀ, ਬਹੁਤ ਅੱਛੇ ਫਲੂਟ ਪਲੇਅਰ ਨੇ ਤੇ ਉਹ ਗਾਉਂਦੇ ਵੀ ਬਹੁਤ ਅੱਛਾ ਸੀ। ਛੱਲਾ ਵੀ ਸਭ ਤੋਂ ਪਹਿਲਾ ਰਿਕਾਰਡ ਆ ਜਿਹੜਾ ਉਹ ਅਨਾਇਤ ਅਲੀ ਨੇ ਕਰਵਾਇਆ ਸੀ ਜੀ। ਜੀ ਜੀ ਤੇ ਉਹਨਾਂ ਦਾ ਉਹ ਗੀਤ ਸੀ ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ ਤੇ ਮੈਂ ਸਟੇਜਾਂ ਤੇ ਗਾਉਂਦਾ ਹੁੰਦਾ ਸੀ। ਉਹ ਸੂਟ ਵੀ ਬੜਾ ਕਰਦਾ ਸੀ ਮੈਨੂੰ। ਸੋ ਇਹ ਕੁਝ ਗਾਣੇ ਸੀ। ਉਹ ਐਲਬਮ ਰਿਕਾਰਡ ਹੋ ਗਈ, ਗਾਣੇ ਬਣ ਬਹੁਤ ਖੂਬਸੂਰਤ ਗਏ ਤੇ ਉਹ 2-2.5 ਸਾਲ ਫੇਰ ਨਾਲ ਰਿਲੀਜ਼ ਹੋਏ ਜੀ। ਅੱਛਾ ਕਿਉਂਕਿ ਉਦੋਂ ਪਹਿਲੀ ਐਲਬਮ ਫਲਾਪ ਹੋ ਗਈ ਸੀ ਜੀ ਜੀ ਫਿਰ ਤੇ ਇੱਕ ਫਲਾਪ ਦਾ ਟੈਗ ਆਪਦੇ ਤੋਂ ਲਾਉਣਾ ਬਹੁਤ ਮੁਸ਼ਕਲ ਹੁੰਦਾ ਜੀ। ਮੁਸ਼ਕਲ ਜੀ। ਬਾਬੂ ਸੋ ਮਾਨ ਇੱਕ ਗੱਲ ਬਹੁਤ ਸੁਣੀ ਕਹਿੰਦੇ ਹੁੰਦੇ ਕਿ ਖੂਹ 'ਚ ਡਿੱਗਣ ਲਈ ਸਿਰਫ ਇੱਕ ਛਾਲ ਦੀ ਲੋੜ ਆ। ਇੱਕ ਛਾਲ ਮਾਰੀ ਤੇ ਖੂਹ 'ਚ ਡਿੱਗ ਪਏ ਤੇ ਨਿਕਲਣ ਲਈ ਫਿਰ ਪਤਾ ਨਹੀਂ ਕਿੰਨੀਆਂ ਛਾਲਾਂ ਲਗਾਉਣੀਆਂ ਪੈਂਦੀਆਂ ਖੂਹ 'ਚੋਂ ਜੀ। Hey guys, welcome back after the break. I'm in great conversation with the great Harbhajan Mann, and this is probably part 0. Then we're going to have about 10 parts after this. So just We're going to bore people to death. Yes, leave your TV on. But Baji, the whole thing is people don't get bored because they want to know. You know, obviously ਤੁਹਾਨੂੰ ਦੇਖਦੇ ਆ ਸਟੇਜਾਂ ਤੇ, ਫਿਲਮਾਂ ਵਿੱਚ ਦੇਖਦੇ ਆ, but the journey behind it matters so much. ਕਿਉਂਕਿ ਕੀ ਹੁੰਦਾ ਨਾ, ਉਹ ਇੱਕ ਬੜਾ ਸੋਹਣਾ ਸ਼ੇਰ ਆ ਗਿਆ ਕਿ ਮੈਂ ਆਰੋਂ ਨੂੰ ਮੈਂ ਉਹਨੂੰ ਸਹੀ ਕਹਿ ਸਕਾਂ ਜਾਂ ਨਹੀਂ। ਮਤਲਬ ਇਹ ਹੈਗਾ ਕਿ ਜੋ ਆਵਾਜ਼ ਤਾਰ ਸੇ ਨਿਕਲੀ ਹੈ वो सब ने सुनी है जी, जो तार पे गुजरी है वो किसी ने नहीं सुनी। क्या बात ਹੈ ਜੀ। ਸੋ ਜੋ ਸਾਡਾ ਸਾਹਮਣੇ ਆ ਜਾਂਦਾ ਹੈਗਾ ਜੀ, ਅਸੀਂ ਉਹ ਦੇਖ ਲੈਂਦੇ ਹਾਂ। ਉਹਦੇ ਪਿੱਛੇ ਕਿੱਡੀ ਵੱਡੀ ਇੱਕ ਸਟਰਗਲ ਆ, ਕਿੱਡੀ ਵੱਡੀ ਰੋਜ਼ਮਰਾ ਦੇ ਚੈਲੰਜਸ ਨੇ। ਹਰ ਜ਼ਿੰਦਗੀ 'ਚ ਹਰ ਇੱਕ ਨੂੰ ਚੈਲੰਜ ਆ। and it's good as well, Harbhajan. Don't you think you need that to make ਮੇਰੇ you the person that ਪਾਰ ਸਾਹਿਬ ਇੱਕੋ ਗੱਲ ਕਹਿੰਦੇ ਹੁੰਦੇ ਸੀ ਕਿ ਜਿੰਨਾ ਚਿਰ ਜ਼ਿੰਦਗੀ 'ਚ ਠੋਕਰ ਨਹੀਂ ਲੱਗੇਗੀ ਜੀ, ਉਨੀ ਦੇਰ ਜ਼ਿੰਦਗੀ 'ਚ ਤੁਸੀਂ ਕਾਮਯਾਬ ਨਹੀਂ ਹੋ ਸਕਦੇ। Yeah, I mean, my son was the other day, and he plays badminton. My little daughter plays badminton, and he said, you know, he goes, Dad, I you know, I lost. I'm like, good. You need to learn how to lose. Only then you can win. Exactly. It's very important. ਬਹੁਤ ਜ਼ਰੂਰੀ ਹੈ। Obviously, Mann Sahib ਦਾ ਤੁਸੀਂ ਭਾਜੀ ਜ਼ਿਕਰ ਕੀਤਾ, or you know, after ਚਿੱਠੀ ਨਹੀਂ ਚਿੱਠੀ, you just went ਇੱਕ ਜਗ ਜੰਕਸ਼ਨ ਰੇਲਾਂ ਦਾ obviously ਪਾਰਸ ਸਾਹਿਬ ਚਿੱਠੀ ਨਹੀਂ ਚਿੱਠੀ। ਫਿਰ ਉਹ ਕੀ ਹੋਇਆ ਜੀ ਕਿ ਉਹ ਐਲਬਮ ਰਿਲੀਜ਼ ਨਾ ਹੋਈ, 2 ਸਾਲ ਪਈ ਰਹੀ ਤੇ ਫਿਰ ਮੈਂ ਇੰਡੀਆ ਗਿਆ, ਫਿਰ ਇਕੱਠੇ ਕੁੱਠੇ ਕਰਕੇ 92 ਦੇ ਵਿੱਚ ਜੀ। ਤੇ 92 ਨਵੰਬਰ ਦੇ ਵਿੱਚ ਸਮਹਾਉ ਇੱਕੋ ਟੀਵੀ ਹੁੰਦਾ ਸੀ ਇੰਡੀਆ ਦੇ ਵਿੱਚ, ਦੂਰਦਰਸ਼ਨ। ਤੇ ਮੈਂ ਦੂਰਦਰਸ਼ਨ ਤੇ ਕੋਈ ਲੱਭ ਕੇ ਲਿੰਕ, ਕੋਈ ਸੰਪਰਕ, ਤੇ ਮੈਂ ਚਿੱਠੀਆਂ ਚਿੱਠ ਕੇ ਗਾਣਾ ਰਿਕਾਰਡ ਟੀਵੀ ਤੇ ਲਾਈਵ ਕਰਵਾ ਦਿੱਤਾ। ਉਹ ਜਦੋਂ ਮੈਂ ਗਾਇਆ ਰਾਤ ਨੂੰ 23 ਨਵੰਬਰ 1992 ਨੂੰ ਰਾਤ ਨੂੰ ਗਾਣਾ ਆਇਆ ਸ਼ੋਅ 'ਚ, ਸ਼ਾਮ ਸੰਧੂਰੀ ਸ਼ੋਅ ਹੁੰਦਾ ਸੀ ਜੀ। ਤੇ ਉੱਥੇ ਨੈਕਸਟ ਡੇ ਉਹਦੀ ਚਰਚਾ ਹੋ ਗਈ ਕਿਉਂਕਿ ਕੋਈ ਚੈਨਲ ਹੁੰਦਾ ਸੀ, ਸਾਰੀ ਦੁਨੀਆ ਦੇਖਦੀ ਸੀ। ਇਹ ਬੜੀ ਮੌਜ ਸੀ ਉਸ ਵਕਤ। ਟੈਲੀਵਿਜ਼ਨ ਵੀ ਪਿੰਡ 'ਚ ਇੱਕ ਹੀ ਹੁੰਦਾ ਸੀ, ਸਾਰਾ ਪਿੰਡ ਇਕੱਠਾ। ਸੋ ਨੈਕਸਟ ਡੇ ਸਾਰੀ ਦੁਨੀਆ ਉਹਦੀ ਗੱਲ ਕਰ ਰਹੀ ਸੀ ਗਾਣੇ ਦੀ। ਤੇ ਉਹ ਗੱਲ ਤੁਰਦੀ ਤੁਰਦੀ ਹੂਜਾ ਸਾਹਿਬ ਕੋਲੇ ਪਹੁੰਚੀ। ਹੂਜਾ ਸਾਹਿਬ ਨੇ ਕੰਪਨੀ ਨੂੰ ਕਿਹਾ ਕਿ ਤੁਹਾਡੇ ਕੋਲੇ ਆ ਐਲਬਮ ਪਈ ਆ, ਰਿਲੀਜ਼ ਕਰ ਦਿਓ, ਬਹੁਤ ਡਿਮਾਂਡ ਆ ਗਾਣੇ ਦੀ। Now's the time. ਸੋ ਦਸੰਬਰ 1992 ਦੇ ਵਿੱਚ ਚਿੱਠੀ ਨਹੀਂ ਚਿੱਠੀ ਰਿਲੀਜ਼ ਹੋਈ ਜੀ। ਤੇ ਬਸ ਫਿਰ ਉਹਨੇ ਸਾਰੇ ਰਾਹ ਖੋਲ ਦਿੱਤੇ ਕਿਉਂਕਿ ਇੱਕ ਗਾਣਾ ਜਦ ਹਿੱਟ ਹੋ ਜਾਂਦਾ ਤਾਂ ਆਬਵੀਅਸਲੀ ਤੁਹਾਡੇ ਲਈ ਹੋਰ ਐਵਨਿਊਜ਼ ਬਹੁਤ ਸਾਰੀਆਂ ਖੁੱਲ ਜਾਂਦੀਆਂ। ਜੀ। ਫਿਰ ਨੈਕਸਟ ਐਲਬਮ ਅਸੀਂ ਕੀਤੀ ਜਗ ਜਿਉਂਦਿਆਂ ਦੇ ਮੇਲੇ। ਜੀ। ਉਹ ਚਿੱਠੀ ਨੇ ਯੂਜੂਅਲੀ ਕੀ ਹੁੰਦਾ ਕਿ ਪਹਿਲੀ ਹਿੱਟ ਤੋਂ ਬਾਅਦ ਸੈਕੰਡ ਹਿੱਟ ਜਿਹੜੀ ਹੁੰਦੀ ਨੇ ਜੀ, ਉਹ ਬਿਗੇਸਟ ਚੈਲੰਜ ਹੁੰਦਾ। ਕਿਉਂਕਿ ਚਿੱਠੀ ਨਹੀਂ ਚਿੱਠੀ ਤੋਂ ਪਹਿਲਾਂ ਆਈ ਵਾਸ ਨੋਬਡੀ, ਜਾਂ ਕੋਈ ਵੀ ਬੰਦਾ ਹਿੱਟ ਤੋਂ ਪਹਿਲਾਂ ਨੈਕਸਟ ਟਾਈਮ ਯੂ ਆਰ ਹਰਭਜਨ ਮਾਨ ਚਿੱਠੀ ਨਹੀਂ ਚਿੱਠੀ ਵਾਲਾ। ਸੋ ਜਗ ਜਿਉਂਦੇ ਮੇਲੇ ਕੁਦਰਤੀ ਉਹ ਗਾਣੇ ਇੰਨੇ ਅੱਛੇ ਉਹਦੇ ਬਣੇ। ਉਹਦੇ ਵਿੱਚ ਜਗ ਜੰਕਸ਼ਨ ਰੇਲਾਂ ਦਾ, ਉਹਦੇ ਵਿੱਚ ਮੀਆਂ ਮਿਰਜ਼ਾ, ਉਹਦੇ ਵਿੱਚ ਭਿੱਜ ਗਈ ਕੁੜਤੀ ਲਾਲ, ਤੇ ਉਹ ਸਾਰੇ ਗਾਣੇ ਉਹਦੇ ਸੁਪਰ ਹਿੱਟ ਜੀ ਐਲਬਮ ਦੇ। ਅਮੇਜ਼ਿੰਗ। ਫਿਰ ਅਸੀਂ ਹੂਜਾ ਸਾਹਿਬ ਨਾਲ ਕੀਤੀ ਐਲਬਮ
ਪੰਥ ਤੇਰੇ ਦੀਆਂ ਗੂੰਜਾਂ, ਉਹ ਕਮਾਲ ਦੀ ਐਲਬਮ ਸੀ ਜੀ। ਸੋ ਉਹਦੇ ਨਾਲ ਥੋੜਾ ਜਿਹਾ ਮੇਰਾ ਕੈਰੀਅਰ ਜਿਹੜਾ ਪੱਕੇ ਪੈਰੀਂ ਹੋ ਗਿਆ, ਹਿੱਟ ਆਫਟਰ ਹਿੱਟ। ਫਿਰ ਆ ਗਿਆ ਦੌਰ ਜਿਹੜਾ ਵੀਡੀਓਜ਼ ਦਾ। So did you give the taxi up then? ਤੁਸੀਂ ਹੋ ਗਿਆ ਟੈਕਸੀ ਦਾ ਲਾਇਸੈਂਸ ਹੁਣ ਰਹਿਣ ਦਿਓ, ਹੁਣ ਮੈਨੂੰ ਸਟੇਜ ਦਾ ਲਾਇਸੈਂਸ ਮਿਲ ਗਿਆ, I'm going this way, this is where I'm going now. ਟੈਕਸੀ ਮੈਂ ਪਾਰਟ ਟਾਈਮ ਚਲਾਉਂਦਾ ਸੀ ਜੀ, ਵਾਰ ਐਤਵਾਰ ਨੂੰ ਚਲਾਈ Right. ਤੇ ਟਿਲ ਅਬਾਊਟ 88 89 ਜੀ। ਨਾਲ ਪੜ੍ਹਾਈ ਖਤਮ ਹੋ ਗਈ, ਉਧਰੋਂ ਰਾਹ ਖੁੱਲ ਗਿਆ ਜੀ ਜੀ ਗਾਉਣ ਦਾ ਜੀ। ਜੀ। ਫਿਰ ਚੇਂਜ ਆਈ ਜੀ, ਸੈਟੇਲਾਈਟ ਡਿਸ਼ ਆ ਗਈ ਇੰਡੀਆ ਦੇ ਵਿੱਚ, ਵੀਡੀਓਜ਼ ਦਾ ਦੌਰ ਸ਼ੁਰੂ ਹੋ ਗਿਆ। ਤੇ ਮੈਂ ਬਲੀਵ ਕਰਿਓ ਕਿ ਜਿਹੜੀ ਵਿਦ ਸਬੱਬ ਜਿਹੜੀ ਹੁੰਦੀ ਨਾ, ਮੈਂ ਉਹ ਚੀਜ਼ 'ਚ ਬਹੁਤ ਯਕੀਨ ਕਰਦਾ। ਮੈਂ ਤੁਹਾਨੂੰ ਪਹਿਲੀ ਵਾਰ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਲੱਗਿਆ ਔਨ ਐਨੀ ਚੈਨਲ ਜਾਂ ਕਿਸੇ ਇੰਟਰਵਿਊ 'ਚ ਕਿ ਓਏ ਹੋਏ ਦੇ ਗਾਣਾ ਕਿਸ ਤਰ੍ਹਾਂ ਬਣਦਾ। ਰਿਕਾਰਡ ਹੋ ਗਿਆ, ਸਭ ਕੁਝ ਹੋ ਗਿਆ ਜੀ। ਅਸੀਂ ਬੰਬੇ ਜੈਦੇਵ ਕੁਮਾਰ ਮਾਨ ਸਾਹਿਬ ਨੇ ਸਾਨੂੰ ਲੀਡ ਕੀਤਾ ਕਿ ਆ ਜਾਓ ਬੰਬੇ ਇੱਥੇ ਰਿਕਾਰਡਿੰਗ ਕਰਦੇ ਹਾਂ। ਇਨ ਬਿਟਵੀਨ ਥੋੜਾ ਜਿਹਾ ਸਾਡੀ ਮੇਰੀ ਔਰ ਹੂਜਾ ਸਾਹਿਬ ਦੀ ਮਿਸਅੰਡਰਸਟੈਂਡਿੰਗਸ ਹੋ ਗਈਆਂ ਤੇ ਮੈਂ ਉਹਨਾਂ ਨਾਲ ਰਿਕਾਰਡਿੰਗ ਸ਼ੁਰੂ ਕੀਤੀ ਜੀ। ਮਾਨ ਸਾਹਿਬ ਨੇ ਬੜਾ ਸਾਥ ਦਿੱਤਾ। I mean ਬਾਬੂ ਸਿੰਘ ਮਾਨ ਸਾਹਿਬ, ਉਹਨਾਂ ਨੇ ਸਾਰਾ ਅੱਗੇ ਲਾ ਕੇ, ਹਿਊਜ ਨੇਮ ਕਿਉਂਕਿ ਉਹ ਬੰਬੇ ਰਹਿੰਦੇ ਸੀ ਜੀ। ਮੈਂ ਇੱਕ ਵਿਆਹ ਤੇ ਪ੍ਰੋਗਰਾਮ ਕਰਨ ਗਿਆ ਜੀ ਪੰਜਾਬ 'ਚ, ਡਾਬਾ ਵਾਲੀ ਦੇ ਨਜ਼ਦੀਕ, ਤੇ ਉੱਥੇ ਮਨਮੋਹਨ ਸਿੰਘ ਵੀ ਆਏ ਸੀ। ਉਹ ਦੂਰੋਂ ਨੇੜੇ ਉਹਨਾਂ ਨਾਲ ਸਾਂਝਾਂ ਰਿਸ਼ਤੇਦਾਰੀਆਂ, ਪਰਿਵਾਰਕ ਸਾਂਝਾਂ ਵੀ ਸੀ ਜੀ। ਉਹ ਵਿਆਹ ਤੇ ਮੈਂ ਜਦ ਗਾਇਆ ਤੇ ਮਾਨ ਜੀ ਨੇ ਮੈਨੂੰ ਪਹਿਲੀ ਵਾਰ ਸਾਹਮਣੇ ਬੈਠ ਕੇ ਸੁਣਿਆ ਜੀ। ਤੇ ਬਾਅਦ 'ਚ ਮੈਨੂੰ ਕਹਿੰਦੇ ਯਾਰ, ਮਨਮੋਹਨ ਸਿੰਘ, the great director ਮਨਮੋਹਨ ਸਿੰਘ, ਅਸੀਂ ਉਹਨਾਂ ਨੂੰ ਮਾਨ ਜੀ ਕਹਿੰਦੇ ਪਿਆਰ ਨਾਲ ਸਾਰੇ। ਤੇ ਮੈਨੂੰ ਮਾਨ ਜੀ ਕਹਿੰਦੇ ਯਾਰ ਤੂੰ ਗਾਉਣਾ ਵੀ ਅੱਛਾ, ਦੇਖਣ ਪੱਖਣ ਨੂੰ ਵੀ ਠੀਕ ਆ, ਸਟੇਜ ਤੇ ਵਧੀਆ ਲੱਗਦਾ, ਤੂੰ ਵੀਡੀਓਜ਼ ਵਗੈਰਾ ਤੂੰ ਬੰਬੇ ਕਾ ਤੂੰ ਨਹੀਂ ਆਉਂਦਾ। He's probably sitting there doing he's probably sitting there doing this, yes. ਅਦਰ ਲੈਂਸ ਲਾਈ ਬੈਠੇ ਸੀ। Yeah, he's got his directional lens on, yeah. ਤੇ ਮੈਨੂੰ ਕਹਿੰਦਾ ਤੂੰ ਬੰਬੇ ਆ, ਵੀਡੀਓ ਕਰੀਏ, ਹੁਣ ਪੰਜਾਬ 'ਚੋਂ ਵੀ ਨਿਕਲ। ਮੈਂ ਕਿਹਾ ਜੀ ਮੈਂ ਤਾਂ ਉੱਥੇ ਕਿਸੇ ਨੂੰ ਇੰਨਾ ਜਾਣਦਾ ਕਰਦਾ, ਬਸ ਇਹਦੇ ਪੈਸੇ ਜੋੜ ਕੇ ਇੱਥੇ ਆਇਆ। ਕਹਿੰਦੇ ਮੈਂ ਬੈਠਾ। ਤੇ ਮੈਂ ਕਿਹਾ ਜੀ ਠੀਕ ਆ, ਚਲੋ। ਮੈਂ ਦੂਸਰੇ ਦਿਨ ਉਹਨਾਂ ਕੋਲੇ ਸਰਸੇ ਗਿਆ, ਉਹਨਾਂ ਨੂੰ ਮੈਂ 2 ਗਾਣੇ ਸੁਣਾਏ। ਇੱਕ ਸੀ ਗੱਲਾਂ ਗੋਰੀਆਂ ਵਿੱਚ ਟੋਏ, ਦੂਸਰਾ ਸੀ ਲਾਲੀ ਲਾਲ ਦੁਪੱਟਾ ਲੈ ਕੇ। ਬਣ ਗਈ ਲਾਲ। ਮਾਨ ਜੀ ਕਹਿੰਦੇ ਜੀ ਓਏ ਹੋਏ ਦੀ ਵੀਡੀਓ ਬਣਾਉਣੇ ਆ। ਮੈਂ ਤੁਹਾਨੂੰ ਗੱਲ ਕਰਦਾ ਕਿ ਕਿਵੇਂ ਪ੍ਰਮਾਤਮਾ ਵਿਦ ਸਵੱਬ ਬਣਾਉਂਦਾ, ਕਿੱਥੇ ਕਿਹਨੂੰ ਕਿਵੇਂ ਮਿਲਣਾ, ਕਿਹੜੀ ਚੀਜ਼ ਨੇ ਤੁਹਾਡੇ ਕਿਵੇਂ ਰਾਹ ਖੋਲਣੇ ਜ਼ਿੰਦਗੀ ਦੇ। ਜੀ ਜੀ। ਜਿਹੜੇ ਅਸੀਂ ਵਿਆਹ ਤੇ ਗਏ, ਜਿੱਥੇ ਮਾਨ ਜੀ ਨੇ ਮੈਨੂੰ ਪਰਫਾਰਮ ਕਰਦੇ ਨੂੰ ਦੇਖਿਆ, ਉਹ ਵਿਆਹ ਵਾਲਾ ਲੜਕਾ ਦੂਸਰੇ ਦਿਨ ਵਿਆਹ ਕਰਵਾ ਕੇ ਡੋਲੀ ਲਿਆ ਕੇ ਰਾਤ ਨੂੰ ਪਿਸਟਲ ਇੱਥੇ ਰੱਖਿਆ, ਉਹਨੇ ਸੁਸਾਈਡ ਕਰ ਲਿਆ ਜੀ। ਓਹੋ। ਕੁਦਰਤ ਦੀਆਂ ਖੇਡਾਂ, ਉਹਨੂੰ ਮਾਲਕ ਜੋ ਉਹਦੇ ਮਨ ਚ ਕਿਸ ਤਰ੍ਹਾਂ ਉਹ ਵਿਆਹ 'ਚ ਮੈਂ ਮਾਨ ਜੀ ਨੂੰ ਮਿਲਣਾ ਸੀ ਹਨਾ ਜੀ। ਉਹਦੇ ਵਿੱਚੋਂ ਗੱਲਾਂ ਗੋਰੀਆਂ ਬਣਨਾ ਸੀ। ਪਰਮਾਤਮਾ ਰਾਹ ਕਿੱਦਾਂ ਬਣਾਉਂਦਾ। ਤੇ ਜਿੱਥੇ ਅਸੀਂ ਜਿਹੜੇ ਕਰਕੇ ਮਿਲੇ ਅਸੀਂ ਰੀਜ਼ਨ, ਉਹ ਉਹਨਾਂ ਦੇ ਨਾਲ ਕੀ ਹੋਇਆ ਜੀ। ਸੋ ਬਸ ਫਿਰ ਓਏ ਹੋਏ ਰਿਕਾਰਡ ਹੋਈ ਤੇ ਉਹਨੇ ਹਰਭਜਨ ਮਾਨ, ਮਤਲਬ ਕਿਹੜਾ ਸਿੰਪਲ ਜਿਹੜਾ ਆਮ ਪਿੰਡਾਂ 'ਚ ਵਿਆਹਾਂ ਖਾੜੇ ਲਾਉਣ ਵਾਲਾ ਸੀ, ਉਹ ਪੂਰੇ ਹਿੰਦੁਸਤਾਨ ਦਾ ਉਹਨੇ ਸਾਰਾ ਕੁਝ ਹੀ ਬਦਲ ਦਿੱਤਾ ਜੀ। ਸਾਰਾ ਸ਼ੋਅ ਦਾ ਸਟਰਕਚਰ ਹੀ, ਸਾਰਾ ਉਹਦੀ ਪ੍ਰੈਜੈਂਟੇਸ਼ਨ, ਇਹ ਉਹ। ਪਹਿਲਾਂ ਬੜੀ ਦਿੱਕਤ ਆਇਆ ਕਰੇ ਜੀ, ਕਿਉਂਕਿ ਆਮ ਤੌਰ ਤੇ ਪੰਜਾਬ 'ਚ ਸ਼ੋਅ ਕਰਦੇ ਸੀ, ਪੰਜਾਬੀ ਕਰਾਊਡ ਹੁੰਦਾ ਸੀਗਾ ਜੀ। ਹੁਣ ਸ਼ੋਅ ਕਰ ਰਹੇ ਹੋ ਤੁਸੀਂ ਅਲੀਗੜ੍ਹ, ਕਲਕੱਤਾ, ਕਿਤੇ ਬਨਾਰਸ, ਕਿਤੇ ਫਲਾਨਾ ਜੀ। ਤੇ ਆਪ ਨੂੰ ਸਮਝਣਾ ਹੈ ਕਿ ਅਸੀਂ ਤਾਂ ਕਵੀਸ਼ਰੀ, ਅਸੀਂ ਤਾਂ ਸਿੱਧਾ ਗਾਉਣ ਵਾਲੇ ਆ, ਹੁਣ ਇਹਨਾਂ ਨੂੰ ਕਿਵੇਂ ਐਂਟਰਟੇਨ ਕਰਨਾ। ਹਾਂਜੀ, ਹੋ ਕੀ ਰਿਹਾ। ਤੇ ਪਰ ਫਿਰ ਉਵੇਂ ਉਹ ਮਾਲਕ ਇੱਜ਼ਤਾਂ ਰੱਖਦਾ ਜੀ ਤੁਹਾਡੀ। ਐਂਡ ਦੈਨ ਆਬਵੀਅਸਲੀ ਬਾਬੂ ਸਿੰਘ ਮਾਨ ਸਾਹਿਬ, ਜਿਨ੍ਹਾਂ ਦੀ ਪੰਜਾਬੀ ਮੈਂ ਵਨ ਆਫ ਮਾਈ ਲਾਈਫ ਟਾਈਮ ਇੰਟਰਵਿਊਜ਼, ਐਂਡ ਥੈਂਕ ਯੂ to you, ਤੁਹਾਡਾ ਧੰਨਵਾਦ। ਹਾਂਜੀ, ਤੁਹਾਡਾ ਧੰਨਵਾਦ। ਹਾਣੀ ਤੁਹਾਡੀ ਫਿਲਮ ਉਦੋਂ ਸ਼ੂਟ ਹੋ ਰਹੀ ਸੀ ਤੇ ਹਰਭਜਨ ਭਾਜੀ ਨੂੰ ਮੈਂ ਫੋਨ ਕੀਤਾ ਤੇ ਮੈਂ ਕਿਹਾ ਭਾਜੀ ਅੱਜ ਮੈਂ ਕਿਹਾ ਮਾਨ ਸਾਹਿਬ, ਕਹਿੰਦੇ ਕੋਈ ਨਹੀਂ ਮਾਨ ਸਾਹਿਬ ਵੀ ਹੋਣਗੇ। ਕਿਉਂਕਿ ਮਾਨ ਸਾਹਿਬ ਇੰਟਰਵਿਊਜ਼ ਕਰਦੇ ਨੇ ਜੀ, ਬਹੁਤ ਘੱਟ ਲੋਕ ਨੇ ਜਿਹੜੇ ਜਿਨ੍ਹਾਂ ਨੇ ਇੰਨਾ ਕੰਮ ਕੀਤਾ ਹੋਵੇ ਤੇ ਉਹ ਕੋਈ ਕ੍ਰੈਡਿਟ ਲੈਂਦੇ ਹੋਣ। ਅਵਾਰਡਸ ਕਿਤੇ ਮਾਨ ਸਾਹਿਬ ਨੂੰ ਕਹਿ ਦਿਓ, ਮਾਨ ਸਾਹਿਬ ਆ ਜਾਓ ਨਾਲ, ਛੱਡ ਯਾਰ ਤੂੰ ਜਾਇਆ, ਮੈਂ ਕੀ ਕਰਨਾ ਉੱਥੇ। ਉਹਨਾਂ ਨੂੰ ਸਮਝਣਾ ਬਹੁਤ ਔਖਾ। ਮੈਂ ਕਿਹਾ ਮਾਨ ਸਾਹਿਬ ਮੈਨੂੰ ਤਾਂ ਤੁਹਾਡੀ ਹੁਣ ਨਹੀਂ ਸਮਝ ਲੱਗਦੀ, ਕੈਮਰੇ ਤੇ ਕਿੱਦਾਂ ਸਮਝ ਲੱਗੂ। ਕੋਈ amazing guy, amazing. And I always think, you know, when depth, ਇੰਨਾ ਡੀਪ ਬੰਦਾ ਜੀ, ਕਿਆ ਜਗ ਦੀ ਚਵਾਰੇ ਵਿੱਚ ਦਿਸੇ ਲਾਲ ਪੈਣਾ, ਆਉਂਦਾ ਨਿੰਮਾ ਮਨ ਨੂੰ ਸਰੂਰ ਸਜਣਾ। I was thinking, how does this man write things like this? ਅੱਜ ਵੀ ਗਾਣੇ ਕਿੰਨੇ ਆ ਜਿਹੜੇ ਹੋਰ ਲੋਕਾਂ ਨੇ, ਕੋਈ ਉਹਨਾਂ ਦੀ ਲਾਈਨ ਅੰਤਰੇ ਦੀ ਚੁੱਕੀ ਹੈ, ਕੋਈ ਮੁਖੜ ਦੀ ਚੁੱਕੀ ਹੈ, ਕੋਈ ਭੰਨ ਤੋੜ ਉਹਨਾਂ ਦੀ ਕੰਪੋਜੀਸ਼ਨ ਦੀ। ਮਤਲਬ ਐਡਾ ਵੱਡਾ ਖਜ਼ਾਨਾ ਉਹ ਪੰਜਾਬੀ ਸੰਗੀਤ ਦਾ। ਬਾਬੂ ਸਿੰਘ ਮਾਨ, amazing man. And then you obviously teamed up with ਫਿਰ ਮਾਨ ਸਾਹਿਬ ਨਾਲ, ਉਹਨਾਂ ਨਾਲ ਕੀ ਹੋਈ ਕਿ ਮਾਨ ਸਾਹਿਬ ਨਾਲ ਮੇਰੀ ਕੁਦਰਤੀ ਤੌਰ ਤੇ ਐਸੀ ਦਿਲ ਦੀ ਸਾਂਝ ਬੈਠੀ। ਉਮਰ ਦਾ ਫਰਕ ਆ ਸਾਡਾ, ਸਭ ਕੁਝ, ਬਟ ਇਸ ਦੇ ਬਾਵਜੂਦ ਮੈਂ ਉਹਨਾਂ ਨੂੰ
ਅੱਜ ਤੱਕ ਨਾ ਅੰਕਲ ਨਾ ਚਾਚਾ ਤਾਇਆ ਮੈਂ ਉਹਨਾਂ ਨੂੰ ਕਹਿ ਸਕਿਆ, ਮੈਂ ਮਾਨ ਸਾਹਿਬ। ਮਾਨ ਤੇ ਅਸੀਂ ਬਲੀਵ ਕਰਿਓ ਬਹੁਤ ਵਧੀਆ, ਜੇ ਮੈਂ ਕਹਾਂ ਵੀ ਬਹੁਤ ਯਾਰ ਆ ਅਸੀਂ, ਜਿਹੜੀ ਨਾਲ ਮੇਰੀ ਦਿਲ ਦੀ ਸਾਂਝ ਆ ਉਹ ਮਾਨ ਸਾਹਿਬ ਨਾਲ ਹੈ ਜੀ। ਤੇ ਉਸ ਤੋਂ ਬਾਅਦ 15-16 ਸਾਲ ਤੁਸੀਂ ਦੇਖ ਲਓ ਕਿ ਮੈਂ ਮਾਨ ਸਾਹਿਬ ਦੇ ਗੀਤ ਗਾਏ। ਔਰ ਉਹਨਾਂ ਦੀ ਇੱਕ ਖੂਬੀ ਸ਼ਾਇਦ ਉਹਨਾਂ ਨੇ ਤੁਹਾਨੂੰ ਕਿਹਾ ਹੋਗਾ ਕਦੇ ਜਾਂ ਨਹੀਂ ਕਿਹਾ ਹੋਗਾ, ਪਰ ਮੈਨੂੰ ਉਹਨਾਂ ਨੇ ਜ਼ਰੂਰ ਕਿਹਾ, ਕਹਿੰਦੇ ਕਿ ਪਹਿਲਾਂ ਮੇਰੇ ਗੀਤਾਂ ਨੂੰ ਸਮਝਣ ਵਾਲਾ ਸਦੀਕ ਸੀ, ਔਰ ਸਦੀਕ ਤੋਂ ਬਾਅਦ ਜਿਹੜੇ ਮੇਰੇ ਗੀਤਾਂ ਨੂੰ ਉਹ ਹਰਭਜਨ ਹੋਇਆ। ਕੀ ਬਾਤ। ਸੋ ਦੈਟਸ ਉਹਨਾਂ ਦੀ ਪਿੱਟ ਸੁਣਦੀ ਆ, ਐਂਡ ਦੈਟ ਵਾਸ ਅ ਗ੍ਰੇਟ ਕੰਪਲੀਮੈਂਟ ਫॉर ਯੂ। ਉਹਨਾਂ ਨੇ ਤੁਹਾਨੂੰ ਇਹ ਕਿਹਾ। ਆਬਵੀਅਸਲੀ ਮਾਨ ਸਾਹਿਬ ਦੇ ਨਾਲ ਦੈਨ ਹਰਭਜਨ ਇਨਟੂ ਦ ਦੌਰ ਆਫ ਫਿਲਮਸ, ਔਰ ਉਹਨਾਂ ਦੇ ਜਿਨ੍ਹਾਂ ਦੇ ਨਾਲ ਤੁਸੀਂ ਹੁਣ ਗਦਾਰ ਕੀਤੀ ਆ, ਹਿਸ ਸਨ ਮਿਰਜ਼ਾ। ਅਸੀਂ ਓਏ ਹੋਏ ਤੋਂ ਬਾਅਦ, ਓਏ ਹੋਏ ਜਿਸ ਤਰ੍ਹਾਂ ਮੈਂ ਕਿਹਾ ਕਿ ਉਹ ਮਨ ਜੀ ਨੇ ਇਨੀਸ਼ੀਏਟਿਵ ਲਿਆ ਕਿ ਵੀਡੀਓ ਮੈਂ ਸਾਰਾ ਕਰਦਾ ਆਰਗੇਨਾਈਜ਼। ਫਿਰ ਉਹਨਾਂ ਨੇ ਅਹਿਮਦ ਖਾਨ ਉਸ ਵਕਤ, ਅੱਜ ਵੀ ਬਹੁਤ ਵੱਡਾ ਕੋਰੀਓਗ੍ਰਾਫਰ ਬਾਲੀਵੁੱਡ ਦਾ, ਤਾਂ ਮਨ ਜੀ ਨੇ ਸਾਰੀ ਉਹ ਟੀਮ ਤਿਆਰ ਕੀਤੀ ਔਰ ਬਹੁਤ ਸੋਹਣਾ ਉਹਦਾ ਵੀਡੀਓ ਸ਼ੂਟ ਕੀਤਾ ਗੱਲਾਂ ਗੋਰੀਆਂ ਦਾ। ਫਿਰ ਹਾਏ ਮੇਰੀ ਬਿੱਲੋ, ਲਾਲੀ, ਸਾਰੇ ਕਿੰਨੀਆਂ ਵੀਡੀਓਜ਼ ਆਈਆਂ। ਤੇ ਅਸੀਂ ਸ਼ੂਟਿੰਗ ਦਰਮਿਆਨ ਜਦੋਂ ਪਿੱਛੇ ਬਹਿਣਾ ਪਰਦੇ ਤੇ ਮਨ ਜੀ ਤੇ ਮੈਂ, ਕਿਉਂਕਿ ਪੰਜਾਬੀ ਪ੍ਰਤੀ ਮਨ ਜੀ ਬਹੁਤ ਕਮਿਟਡ ਨੇ, ਬਹੁਤ ਇਸ ਮਾਮਲੇ 'ਚ ਉਹ ਇਮੋਸ਼ਨਲ ਨੇ, ਜਜ਼ਬਾਤੀ ਨੇ ਪੰਜਾਬੀ ਪ੍ਰਤੀ। ਤੇ ਜਦੋਂ ਅਸੀਂ ਗੱਲਾਂ ਕਰਨੀਆਂ ਤੇ ਅਕਸਰ ਹੀ ਅਸੀਂ ਕਹਿਣਾ ਯਾਰ ਹਰ ਹਿੰਦੀ ਫਿਲਮ ਵਿੱਚ ਗਾਣਾ ਪੰਜਾਬੀ ਆ, ਕਹਾਣੀਆਂ ਦੇ ਪੱਤ, ਕਹਾਣੀਆਂ ਦੀ ਜਿਹੜੀ ਸਿਟਿੰਗਸ ਜਿਹੜੀ ਉਹ ਸਾਰੀ ਪੰਜਾਬੀ, ਤੇ ਪੰਜਾਬੀ ਫਿਲਮ ਅੱਛੀ ਕਿਉਂ ਨਹੀਂ ਬਣਦੀ। ਮਨ ਜੀ ਕਹਿੰਦੇ ਯਾਰ ਮੈਂ 2-3 ਵਾਰੀ ਕੋਸ਼ਿਸ਼ ਕਰ ਚੁੱਕਿਆ, ਚੰਨ ਪਰਦੇਸੀ 'ਚ ਅਸੀਂ ਸਾਰੇ ਸੀਗੇ, ਕਿਉਂਕਿ ਮਨ ਜੀ ਕੈਮਰਾਮੈਨ ਸੀ, ਮਨ ਜੀ ਨੇ ਉਹ 'ਚ ਟੱਪੇ ਵੀ ਗਾਏ ਸੀਗੇ, ਬਲਦੇਵ ਗਿੱਲ ਸਾਰੇ ਦੋਸਤ ਨੇ। ਕਹਿੰਦੇ ਲੇਕਿਨ ਹਰਭਜਨ ਪੰਜਾਬੀ 'ਚ ਪੈਸੇ ਲਾ ਲੈਣ ਉਹ ਰਿਟਰਨ ਹੈ ਨਹੀਂ ਕੀ, ਬਹੁਤ ਛੋਟੀ ਹੈ ਪੰਜਾਬੀ ਇੰਡਸਟਰੀ ਜਿਹੜੀ, ਉਹ 'ਚ ਕਹਿੰਦੇ ਕਿਵੇਂ ਬਣਾਈਏ ਫਿਲਮਾਂ। ਇੱਥੇ ਮੈਂ ਯਸ਼ ਚੋਪੜਾ ਦਾ ਰਾਈਟ ਹੈਂਡ ਮੈਨ ਆਂਗਾ, ਮੈਂ ਉਹਦਾ ਸਾਰੀਆਂ ਫਿਲਮਾਂ ਦਾ ਕੈਮਰਾਮੈਨ, ਗੁਲਜ਼ਾਰ ਸਾਹਿਬ ਸਭ ਚੋਟੀ ਦੇ। ਤੇ ਹੌਲੀ ਹੌਲੀ ਮੈਂ ਮਨ ਜੀ ਨੂੰ ਆਖਿਆ ਜੀ ਜੇ ਕਹਿੰਦੇ ਅਸੀਂ ਫਿਲਮ ਪੰਜਾਬੀ, ਉਸ ਤੋਂ ਬਾਅਦ ਕਹਿੰਦੇ ਮੈਂ ਨਸੀਬੋ ਬਣਾਈ। ਪਰ ਕਹਿੰਦੇ ਜਦੋਂ ਜਾ ਕੇ ਫਿਲਮ ਰਿਲੀਜ਼ ਕਰਨੀ ਹੁੰਦੀ ਹੈ ਸਭ ਪੈਸੇ ਮੁੱਕ ਜਾਂਦੇ ਹੈਗੇ, ਆਪਦੇ ਘਰ ਤੱਕ ਗਹਿਣੇ ਰੱਖਣੇ ਪੈਂਦੇ ਹੈਗੇ, ਤੇ ਪੰਜਾਬੀ ਇੰਡਸਟਰੀ 'ਚ ਹੋ ਨਹੀਂ ਸਕਦਾ। ਕਹਿੰਦੇ ਮੈਂ ਕਿਹਾ ਮਨ ਜੀ ਵੀ ਜੇ ਤੁਸੀਂ ਇਜਾਜ਼ਤ ਦਿਓ ਤੇ ਮੈਂ ਅੱਛਾ ਪ੍ਰੋਡਕਸ਼ਨ ਹਾਊਸ ਲੈ ਆਵਾਂ ਪੰਜਾਬੀ ਤੇ ਪੈਸਾ ਲਾਉਣ ਲਈ, ਫਿਰ ਤੁਸੀਂ ਫਿਲਮ ਕਰ ਲਓਗੇ। ਤੇ ਮੈਨੂੰ 1.5 ਸਾਲ ਲੱਗਿਆ ਮਨ ਜੀ ਨੂੰ ਕਨਵਿੰਸ ਕਰਨ ਲਈ। ਜਦੋਂ ਕਈ ਵਾਰੀ ਜ਼ਿੰਦਗੀ ਦੇ ਐਸੇ ਫੈਸਲੇ ਹੁੰਦੇ ਹੈਗੇ ਜਿਨ੍ਹਾਂ ਪ੍ਰਤੀ ਤੁਸੀਂ ਯੂ ਫੀਲ ਸੋ ਪ੍ਰਾਊਡ, ਆਪਣੇ ਆਪ ਤੇ ਮਾਣ ਹੁੰਦਾ। ਮੈਂ ਉਹਦਾ ਕਿਸੇ ਤੋਂ ਸਰਟੀਫਿਕੇਟ ਨਹੀਂ ਲੈਣਾ, ਪਰ ਮੈਨੂੰ ਇਹ ਚੀਜ਼ ਦਾ ਮਾਣ ਹੈ ਕਿ ਜਦੋਂ ਓਏ ਹੋਏ ਸੁਪਰ ਹਿੱਟ ਹੋਈ ਤਾਂ ਮੈਂ ਉਦੋਂ ਕੀ ਟਿਪਸ ਸਾਰੀਆਂ ਕੰਪਨੀਆਂ ਮੇਰੇ ਮਗਰ ਸੀਗੀਆਂ ਕਿ ਨੈਕਸਟ ਐਲਬਮ ਇਹ ਸਾਨੂੰ ਦੇ ਦੇ। ਉਸ ਟਾਈਮ ਮੈਂ ਬਹੁਤ ਪੈਸਾ ਕਮਾ ਸਕਦਾ ਸੀ ਕਿਉਂਕਿ ਹਿੱਟ ਨੂੰ ਸਭ ਫੜਦੇ ਹੈਗੇ। ਬਟ ਬਲੀਵ ਮੀ ਉਦੋਂ ਮੇਰਾ ਗੋਲ ਇਹ ਸੀ ਕਿ ਨਹੀਂ ਮੈਂ ਟੀ ਸੀਰੀਜ਼ ਵਿੱਚ ਹੀ ਰਹਿਣਾ, ਪੈਸੇ ਘੱਟ ਮਿਲਣ ਵੱਧ ਮਿਲਣ, ਇਹਨਾਂ ਦੀ ਵਫਾਦਾਰੀ ਕਰਨੀ ਹੈਗੀ ਤੇ ਇਹਨਾਂ ਦੀ ਵਫਾਦਾਰੀ ਦੇ ਨਾਲ ਇਹਨਾਂ ਨੂੰ ਕਨਵਿੰਸ ਕਰਕੇ ਇਹਨਾਂ ਤੋਂ ਪੰਜਾਬੀ ਫਿਲਮ ਬਣਾਉਣੀ ਹੈ। ਮੈਂ ਪਹਿਲੀ ਵਾਰ ਤੁਹਾਡੇ ਨਾਲ ਗੱਲ ਸ਼ੇਅਰ ਕਰ ਰਿਹਾ ਤੇ ਮੈਂ ਰੱਬ ਨੂੰ ਜਾਣ ਦੇਣੀ ਹੈ ਜਿਵੇਂ ਮੇਰਾ ਉਦੋਂ ਆਈ ਵਾਸ ਵੈਰੀ ਕਲੀਅਰ ਔਨ ਮਾਈ ਗੋਲਸ ਕਿ ਮੈਂ ਕਰਨਾ ਕੀ ਹੈ, ਕਿਉਂਕਿ ਉਧਰ ਮੇਰੀਆਂ ਮਨ ਜੀ ਨਾਲ ਚੱਲ ਰਹੀਆਂ ਸੀਗੀਆਂ ਡਿਸਕਸ਼ਨਸ ਕਿ ਪੰਜਾਬੀ ਉਹਨਾਂ ਨੂੰ ਵੀ ਮੈਂ ਤਿਆਰ ਕਰ ਰਿਹਾ ਸੀ। ਤੇ ਆਈ ਨਿਊ ਕਿ ਇਵੈਂਚੁਅਲੀ ਉਹ ਅੱਛਾ ਪ੍ਰੋਡਕਸ਼ਨ ਹੈ। ਜਿਹੜਾ ਬੰਦਾ ਅੱਜ ਯਸ਼ ਚੋਪੜਾ ਨਾਲ ਕੰਮ ਕਰ ਰਿਹਾ, ਗੁਲਜ਼ਾਰ ਸਾਹਿਬ ਨਾਲ ਕੰਮ ਕਰ ਰਿਹਾ, ਕਮ ਸੇ ਕਮ ਉਹਨੂੰ ਕੁਝ ਤਾਂ ਡੀਸੈਂਟ ਪ੍ਰੋਡਕਸ਼ਨ ਹਾਊਸ ਮੈਂ ਦੇਵਾਂਗਾ। ਸੋ देयर वाज ਸਮਥਿੰਗ ਤੁਹਾਡੇ ਅੰਦਰ ਸੀ ਕਿ ਮੈਂ ਪੰਜਾਬੀ ਸਿਨੇਮੇ ਨੂੰ ਵਾਪਸ ਲਿਆਉਣਾ, ਬਿਕਾਜ਼ ਮੈਂ ਵਾਸ ਵੈਰੀ ਕਲੀਅਰ ਫਰਮ ਡੇ 1। ਤੇ ਇਹ ਚੀਜ਼ ਕਿਸੇ ਦਿਨ ਅਸੀਂ ਸਾਰੇ ਰੀਅਲਾਈਜ਼ ਕਰਾਂਗੇ ਪੰਜਾਬੀ, ਜੇ ਅੱਜ ਪੰਜਾਬੀ ਲੈਂਗੁਏਜ ਦਾ ਹਰ ਜਗ੍ਹਾ ਇਹ ਹੈਗਾ ਕਿ ਪੰਜਾਬੀ ਭੁੱਲਦੇ ਆ ਜੀ, ਪੰਜਾਬੀ ਬੋਲਦੇ ਨਹੀਂ ਜੀ, ਪੰਜਾਬੀ ਮਰ ਰਹੀ ਹੈ ਜੀ। ਉਹਦਾ ਰੀਜ਼ਨ ਅਸੀਂ ਕਦੇ ਸੋਚਿਆ ਕਿ ਉਹਦਾ ਰੀਜ਼ਨ ਡੱਚ ਕਿਉਂ ਨਾ ਮਰ ਗਈ, ਫ੍ਰੈਂਚ ਕਿਉਂ ਨਾ ਮਰ ਗਈ, ਬੰਗਾਲੀ ਸਾਊਥ ਨਾ ਮਰ ਗਈ, ਹੋਰ ਕੋਈ, ਕਿ ਸਮੇਂ ਦੇ ਨਾਲ ਨਾਲ ਅੱਜ ਸਾਰਾ ਤੋਂ ਵੱਡੀ ਚੀਜ਼ ਆਪਦੀ ਗੱਲ ਕਹਿਣੀ, ਕਨਵੇ ਕਰਨੀ, ਆਪਦਾ ਪ੍ਰਮੋਟ ਕਰਨਾ, ਸਿਨੇਮਾ, ਟੈਲੀਵਿਜ਼ਨ, ਇਹਨਾਂ ਚੀਜ਼ਾਂ ਤੋਂ ਵੱਡਾ ਕੁਝ ਨਹੀਂ ਗਾ। ਅੱਜ ਪੰਜਾਬੀ ਅਸੀਂ ਕਿਵੇਂ ਥਾਂ ਸਾਡੇ ਆਪਣੇ ਚੈਨਲਸ ਨੇ, ਸਾਡੇ ਆਪਣੇ ਥਾਂ ਰੇਡੀਓਜ਼ ਨੇ, ਤੇ ਉਹ ਚੀਜ਼ ਕਿਉਂ ਨਹੀਂ ਪ੍ਰਮੋਟ ਹੋਏਗੀ। ਸੋ ਆਈ ਆਲਵੇਜ਼ ਨਿਊ ਸਿਨੇਮਾ ਇਜ਼ ਅ ਵੈਰੀ ਪਾਵਰਫੁਲ ਮੀਡੀਅਮ। ਆਈ ਮੀਨ ਤੁਹਾਡੀ ਗੱਲ ਦੇ ਵਿੱਚ ਗੱਲ, ਆਈ ਮੀਨ ਛੋਟੇ ਸਾਹਿਬਜ਼ਾਦੇ ਦੀ ਆਈ ਟ੍ਰਾਈ ਟੂ ਟੈਲ ਦ ਚਿਲਡਰਨ ਦ ਸਟੋਰੀ। ਅਸੀਂ ਸਾਡੇ ਇੰਸਟੀਟਿਊਸ਼ਨਸ, ਧਾਰਮਿਕ ਸੰਸਥਾਵਾਂ, ਸਾਡੇ ਅਸੀਂ ਦੁਨੀਆ ਇੰਨੇ ਸਾਲਾਂ ਦੇ ਵਿੱਚ ਜੋ ਕੁਰਬਾਨੀ ਹੋਈ ਹੈ ਅਸੀਂ ਉਹ ਪ੍ਰਚਾਰ ਨਹੀਂ ਕਰ ਸਕੇ ਜਿਹੜੀ ਇੱਕ ਫਿਲਮ ਕਰ ਗਈ। for small children, and I tell you, ਹਿਸਟਰੀ ਦੇ ਵਿੱਚ
ਇਹ ਪਹਿਲੀ ਵਾਰ ਆ ਕਿ ਫਤਿਹਗੜ੍ਹ ਸਾਹਿਬ ਪਹਿਲਾਂ ਵੀ ਬਹੁਤ ਲੋਕ ਜਾਂਦੇ ਜੀ, ਆ ਜੀ, ਜੀ। ਸ਼ਹੀਦੀ ਨੂੰ ਪ੍ਰਣਾਮ ਕਰਨ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ, ਬਟ ਆਹ ਫਿਲਮ ਦੇ ਆਉਣ ਤੋਂ ਬਾਅਦ ਐਤਕੀ ਫਤਿਹਗੜ੍ਹ ਸਾਹਿਬ ਰਿਕਾਰਡ ਹਿਸਟਰੀ ਵਿੱਚ ਇੰਨਾ ਕਦੇ ਇਕੱਠ ਨਹੀਂ ਹੋਇਆ ਜਿੰਨਾ ਇਸ ਕਿਆ ਵਾਰ ਬਾਤ ਹੋਇਆ। ਹੈ, ਕਿਆ ਬਾਤ ਹੈ। ਮੇਰੇ ਕਹਿਣ ਤੋਂ ਭਾਵ ਸੀ ਕਿ ਜਿਹੜੇ ਸਾਡੇ ਆਉਣ ਵਾਲੇ ਜਨਰੇਸ਼ਨਸ ਉਹ ਚਾਹੁੰਦੇ ਆ ਵਿਜ਼ੂਅਲ। ਬਿਕਾਜ਼ ਜਿਹੜੀ ਚੀਜ਼ ਤੁਸੀਂ ਸਾਹਮਣੇ ਦੇਖ ਲਈ ਯਾ ਤੁਹਾਡੀ ਅੱਖਾਂ ਦੇ ਅਲੱਗ ਹੀ ਅੱਗੇ, ਉਹ ਜੋ ਅਸਰ ਛੱਡੇਗੀ। ਬੁੱਕਸ ਅਸੀਂ ਨਹੀਂ ਪੜ੍ਹਨੀ, ਹਿਸਟਰੀ ਅਸੀਂ ਨਹੀਂ ਪੜ੍ਹਦੇ, ਅਖਬਾਰਾਂ ਅਸੀਂ ਨਹੀਂ ਪੜ੍ਹਦੇ ਜੀ। ਸੋ ਕੀ ਰਹਿ ਗਿਆ ਸਾਡੇ ਕੋਲੇ? ਸਾਡੇ ਕੋਲ ਇਹ ਚੀਜ਼ ਹੈ ਜਿਹੜੀ ਟੈਲੀਵਿਜ਼ਨ ਜਿਹੜੀ ਸਿਨੇਮੇ ਵਿੱਚ ਅਸੀਂ ਦੇਖ ਲਾਂਗੇ। ਸੋ ਯੂ ਗॉट ਜੀ ਆਇਆਂ ਨੂੰ। ਸੋ ਜੀ ਆਇਆਂ ਨੂੰ ਬਣਾਈ, ਮਨ ਜੀ ਕਹਿੰਦੇ ਲੈ ਆ ਫਿਰ ਟੀ ਸੀਰੀਜ਼ ਨੂੰ ਜੀ, ਤੇ ਮੈਂ ਕਿਹਾ ਜੀ ਬਜਟ ਕਹਿੰਦੇ 3.5-4 ਕਰੋੜ ਲੱਗੂ। ਤੇ that time, believe me, most expensive film ever made in Punjabi was ਗੁਰਦਾਸ ਭਾਜੀ ਦੀ ਜੀ। ਸ਼ਹੀਦ ਮੁਹੰਮਦ ਬੂਟਾ ਸਿੰਘ 70-80 ਲੱਖ ਦੇ ਵਿੱਚੋਂ ਬਣੀ ਸੀਗੀ ਜੀ। ਸੋ ਆਈ ਹੈਡ ਟੂ ਗਿਵ ਮਾਈ ਪਰਸਨਲ ਗਾਰੰਟੀਜ਼, ਲਿਖ ਕੇ ਕੰਟਰੈਕਟ ਦਿੱਤਾ ਟੀ ਸੀਰੀਜ਼ ਨੂੰ ਕਿ ਅਗਰ ਫਿਲਮ ਨੇ ਨਾ ਪੈਸੇ ਰਿਕਵਰ ਕੀਤੇ ਤਾਂ ਹਰਭਜਨ ਮਾਨ ਤੁਹਾਡੇ ਲਈ ਐਲਬਮਸ ਫ੍ਰੀ ਕਰੂਗਾ ਜ਼ਿੰਦਗੀ ਭਰ ਤਿੰਨ। ਤੁਹਾਡਾ ਜੀ। ਸੋ ਮਾਨ ਜੀ ਨੇ ਬਹੁਤ ਰੀਝ ਨਾਲ, ਬਲਦੇਵ ਗਿੱਲ ਸਾਹਿਬ ਨੇ ਜਾਨ ਲਾਈ, ਬਾਬੂ ਸਿੰਘ ਮਾਨ ਨੇ, ਜੈਦੇਵ ਕੁਮਾਰ ਨੇ ਸੰਗੀਤ ਤੇ ਮੈਂ ਸਾਰੇ, ਤੇ ਉਹ ਮਾਲਕ ਨੇ ਮਿਹਰ ਕੀਤੀ ਕਿ ਉਹ ਫਿਲਮ ਬਹੁਤ ਅੱਛੀ ਬਣੀ। ਜੀ, ਉਹਦੇ ਰਿਲੀਜ਼ ਲਈ, ਡਿਸਟ੍ਰੀਬਿਊਸ਼ਨ ਲਈ, ਮਾਰਕੀਟ ਲਈ ਰਾਤੋਂ ਰਾਤ ਜਿੱਥੇ ਮੈਂ ਜਾ ਸਕਦਾ ਸੀ ਮੈਂ ਪਹੁੰਚੇ, ਜਿੰਨਾ ਰੌਲਾ ਪਾਇਆ। but that film became sort of like a pinnacle। ਇੱਕ ਸ਼ੁਰੂਆਤ ਉਸ ਤੋਂ ਪਹਿਲਾਂ ਸੀ we were copying ਪਾਕਿਸਤਾਨੀ ਫਿਲਮਾਂ a lot and that sort of thing, but and I think for ਸਾਡੇ ਪੰਜਾਬ ਚੋਂ ਬਾਹਰ ਬੈਠਿਆਂ ਵਾਸਤੇ ਵੀ it was a story that we could all connect to। ਅਸੀਂ ਲਿੰਕ ਕਰ ਸਕਦੇ ਸੀ। ਕਈ ਲੋਕਾਂ ਨੇ ਬਾਅਦ ਚ ਮੇਰਾ ਕ੍ਰਿਟਿਸਿਜ਼ਮ ਵੀ ਹੋਇਆ ਇਸ ਚੀਜ਼ ਤੇ ਕਿ ਹਰਭਜਨ ਮਾਨ ਦੀਆਂ ਫਿਲਮਾਂ ਜੀ NRI ਬੇਸਡ ਨੇ, ਬਟ they fail to understand ਕਿ ਉਹ ਅਸੀਂ ਜਾਣਬੁੱਝ ਕੇ ਕੀਤਾ ਸੀ। ਟਿਲ ਜੀ ਆਇਆਂ ਨੂੰ ਪੰਜਾਬੀ ਫਿਲਮ ਇੱਕ ਸਿਰਫ ਪੰਜਾਬ 'ਚ 7 ਥੀਏਟਰਸ ਦੇ ਵਿੱਚ ਲੱਗਦੀ ਸੀ ਜੀ, ਤੇ ਉਹਨੂੰ ਪੰਜਾਬ ਤੋਂ ਬਾਹਰ ਕੱਢਣ ਲਈ ਅੱਜ ਜਿਹੜਾ ਇੰਗਲੈਂਡ ਦਾ ਬੱਚਾ, ਅੱਜ ਕੈਨੇਡਾ ਦਾ ਬੱਚਾ ਜਿਹੜਾ ਇੱਥੇ ਬੈਠਾ ਵਰਲਡ ਸਿਨੇਮਾ ਦੇਖ ਰਿਹਾ, ਹਾਲੀਵੁੱਡ ਦੀਆਂ ਫਿਲਮਸ ਨੇ ਉਹਨਾਂ ਕੋਲ, ਹਿੰਦੀ ਦੀਆਂ, ਉਹ ਸਿਰਫ ਥੀਏਟਰ ਵਿੱਚ ਇਸ ਕਰਕੇ ਤਾਂ ਜਾਊਗਾ ਨਹੀਂ ਕਿ ਪੰਜਾਬੀ ਫਿਲਮ ਆਂਗੀ ਜੀ। ਜੀ, ਜੀ, ਰਾਈਟ, ਤੁਸੀਂ ਉਹਨੂੰ ਇਮੋਸ਼ਨਲੀ ਕਿੰਨਾ ਕਿ ਇਸ ਚੀਜ਼ ਤੇ ਕਰ ਲੋਗੇ ਕਿ ਜੀ ਪੰਜਾਬੀ ਆ, ਦੇਖ ਪੰਜਾਬੀ ਆ। It has to have good content, it has something to offer to them, ਜੇ ਆਪਦਾ ਟਾਈਮ ਤੇ ਪੈਸਾ ਉੱਥੇ ਕੱਢ ਕੇ ਜਾ ਰਹੇ ਹੈਗੇ। ਜੀ, ਜੀ, ਜੀ। ਸੋ ਉਹ ਸਟੋਰੀਜ਼ ਦੇ ਵਿੱਚੋਂ ਲੋਕਾਂ ਨੂੰ ਜੋੜਨਾ, NRIs, ਉਹਨਾਂ ਦਾ ਇਸ਼ੂ ਕੋਈ ਹੋਣਾ, ਉਹਨਾਂ ਦੀ ਗੱਲ ਹੋਣੀ, ਉਹ ਲੋਕੇਸ਼ਨਸ ਹੋਣੀਆਂ, ਉਹ ਖੂਬਸੂਰਤੀ ਹੋਣੀ ਫਿਲਮ ਦੇ ਵਿੱਚ ਬਹੁਤ ਜ਼ਰੂਰੀ। ਜੀ, ਜੀ। But now I can hold my hand up and say I only watch Aamir Khan films, I only watch Harbhajan Mann films, you know, I only watch, you know, Dharminder films and stuff like that. But what's happening to Punjabi cinema now? It's just, you know, I'll tell you what, I used to watch when I was young. I used to watch Mer Mittar running, chasing around after girls. And I was only a young lad and I used to hate that. I hated that. People laugh and stuff, but I hated that. मेरा ज़मीर मैंने allow नहीं सी करदा ये चीज़ देखने वास्ते. But it's the same thing that's happening now. What you put at a pinnacle point, now it's the same old thing. See, I was saying all these things 2-3 years back. Kid, the path we're on, it's gonna ruin Punjabi cinema, and that's exactly what has happened. ਉਸ ਟਾਈਮ ਵੀ ਮੇਰੇ ਤੇ ਬਹੁਤ ਉਂਗਲਾਂ ਉੱਠੀਆਂ, ਬਹੁਤ ਮੇਰੀ ਨੁਕਤਾਚੀਨੀ ਹੋਈ, ਹਰਭਜਨ ਮਾਨ ਨਵੇਂ ਮੁੰਡਿਆਂ ਤੋਂ ਜੈਲਸ ਕਰਦਾ ਗਾ, ਆਹ ਨਹੀਂ ਕਰਦਾ, ਉਹ ਨਹੀਂ ਕਰਦਾ। ਯਾਰ ਫਿਲਮ ਮੇਕਿੰਗ ਇਜ਼ ਨੋ ਜੋਕ। ਓਨੈਸਟਲੀ ਟੈਲ ਯੂ, ਲੋਕਾਂ ਨੂੰ ਇੰਨੀ ਅਸੀਂ 2 ਸੈਕਿੰਡ 'ਚ ਕਹਿ ਦਿੰਦੇ ਐਵੇਂ ਸੀ ਯਾਰ ਫਿਲਮ। ਇੱਕ ਰੱਬ ਨੇ ਦੁਨੀਆ ਬਣਾਈ ਹੈ, ਇੱਕ ਤੁਸੀਂ 2.5 ਘੰਟੇ ਦੀ ਦੁਨੀਆ ਬਣਾ ਰਹੇ ਹੋ। ਇਟਸ ਨਾਟ ਦੈਟ ਈਜ਼ੀ। ਜਿੰਨਾ ਅਸੀਂ ਪੰਜਾਬੀ ਨੂੰ ਲੈ ਕੇ ਬਹਿ ਗਏ ਆ, ਇੱਕ ਵੀਡੀਓ ਡਾਇਰੈਕਟਰ ਅਸਿਸਟੈਂਟ ਵੀ ਰਿਹਾ, 4 ਪੈਸੇ ਕੋਈ ਲੈ ਕੇ ਆ ਗਿਆ ਪ੍ਰਾਪਰਟੀ ਡੀਲਰ, ਵੀ ਆਹ ਲਓ ਜੀ ਅਸੀਂ ਫਿਲਮ ਬਣਾਉਣੀ ਆ, ਉਹ ਆਓ ਜੀ ਭਾਜੀ ਬਣਾਉਣੇ ਆਪਾਂ ਸਿੰਗਰ ਲੈ ਕੇ ਆ ਗਏ ਪੈਸੇ, ਸਿੰਗਰ ਫਿਲਮ ਬਣਾਉਣੀ ਆ ਜੀ। ਅਸੀਂ ਮਜ਼ਾਕ ਬਣਾਤਾ ਪੰਜਾਬੀ ਸਿਨੇਮਾ। ਜਿਹੜੀ ਚੀਜ਼ ਚ ਖੂਨ ਪਾ ਕੇ ਅਸੀਂ ਉਹਨੂੰ ਖੜੀ ਕੀਤਾ। ਮੈਂ ਕਹਿੰਦਾ ਫਿਲਮਾਂ ਬਣ, ਸਭ ਬਣਾਉਣ ਫਿਲਮਾਂ, ਨੋ ਪ੍ਰੋਬਲਮ, ਪਰ ਉਸ ਨੂੰ ਸੱਚੀ ਨੀਅਤ ਨਾਲ ਤਾਂ ਬਣਾਓ। ਉਹਨੂੰ ਸਿਨੇਮੇ ਦੀ ਸਮਝ ਤਾਂ ਰੱਖੋ ਜਿਹੜੇ ਲੋਕਾਂ ਨਾਲ ਕੰਮ ਕਰ ਰਹੇ ਕਿ ਉਹਨੂੰ ਕੋਈ ਫਿਲਮ ਬਣਾਉਣੀ ਆਉਂਦੀ ਹੈ। ਕਿ ਪੈਸਾ ਹੀ ਅਸੀਂ ਮੁੱਖ ਰੱਖ ਲਿਆ, ਮੈਨੂੰ ਕੀ ਹੈ, ਮੈਨੂੰ ਦੇ ਰਿਹਾ ਪੈਸੇ, ਲਿਆ ਬਣਾਉਣੇ ਆ ਫਿਲਮ ਆਪਾਂ। ਉਹਨੇ ਕੀ ਕੀਤਾ ਅੱਜ? ਮੈਜੋਰਿਟੀ ਆਫ ਦਾ ਫਿਲਮਸ ਇਨ ਦ ਪਾਸਟ ਈਅਰ, ਨੋ ਸ਼ੋ। ਪਹਿਲੇ ਸ਼ੋਅ ਤੋਂ ਬਾਅਦ ਫਿਲਮ ਲਾਉਣੀ ਪੈਂਦੀ ਹੈ ਕਿ ਇੱਕ ਬੰਦਾ ਨਹੀਂ ਆਇਆ ਜੀ ਫਿਲਮ ਦੇਖਣ। ਹਾਊ ਇਨਸਲਟਿੰਗ ਇਜ਼ ਦੈਟ ਟੂ ਪੰਜਾਬੀ?
ਚੰਡੀਗੜ੍ਹ, ਲੁਧਿਆਣਾ, ਜਲੰਧਰ, ਨੋ ਸ਼ੋ। ਅਸੀਂ ਪੰਜਾਬੀ ਲੋਕਾਂ ਨੇ, ਆਡੀਅנס ਨੇ, ਦੇ ਸਟਾਰਟਡ ਗਿਵਿੰਗ ਪ੍ਰੈਫਰੈਂਸ ਟੂ ਪੰਜਾਬੀ ਫਿਲਮਸ ਓਵਰ ਹਿੰਦੀ ਔਰ ਇੰਗਲਿਸ਼ ਫਿਲਮਸ। Yes. ਓਕੇ, ਪਾਸ ਦੇ ਵਿੱਚ। ਪਰ ਅਸੀਂ ਲੋਕਾਂ ਨੇ ਵੀ ਟੁੱਕ ਦੈਟ ਫॉर ਗ੍ਰਾਂਟਡ ਕਿ ਲੋਕ ਤਾਂ ਬੇਵਕੂਫ ਆ, ਜੋ ਮਰਜ਼ੀ ਬਣਾ ਕੇ ਸਿੱਟੀ ਜਾਓ। ਐਂਡ ਸੀ ਵਾਟ ਹੈਜ਼ ਹੈਪਨਡ। I mean the ਜਿਹੜੇ ਪੰਜਾਬੀ ਕਲਚਰ ਬਾਰੇ ਅਸੀਂ ਗੀਤ ਸੁਣਦੇ ਆਏ ਆ, ਅਣਖੀਲੀਆਂ ਗੱਲਾਂ ਕਰਦੇ ਆਏ ਆ, that ਪੰਜਾਬੀ ਕਲਚਰ ਜਿਨ੍ਹਾਂ ਨੂੰ ਅਸੀਂ ਬਾਲੀਵੁੱਡ ਨੂੰ ਸਮਾਂ ਤੇ ਕਹਿੰਦੇ ਸੀਗੇ, ਜਦੋਂ ਸਰਦਾਰ ਸਭ ਕੁਝ ਅਸੀਂ ਬਾਲੀਵੁੱਡ ਲਿਆ ਕੇ ਅਸੀਂ ਪੰਜਾਬੀ ਵਿੱਚ ਵਾੜ ਦਿੱਤਾ। ਪਰ ਜਦੋਂ ਭਾਜੀ ਬਾਲੀਵੁੱਡ ਵਿੱਚ ਕੋਈ ਸਰਦਾਰ ਦੇ ਉਹਨੂੰ ਅਣਖ ਵਾਲਾ ਜਾਂ ਹੁਣ ਅਸੀਂ ਖੁਦ ਆਪਣਾ ਮਜ਼ਾਕ ਅੜਾਈ ਜਾਂਦੇ ਆ। And my children, we want to take them to see the films. We want them to watch Punjabi films. This like they don't want to go. Why should they go? We don't want to go. So what did you think? ਤੁਹਾਡੇ ਸੋਚਣ ਦੇ ਮੁਤਾਬਿਕ ਇੱਕ ਫਿਲਮ ਕੀ ਹੋਣੀ ਚਾਹੀਦੀ ਹੈ? ਉਹਦੇ ਵਿੱਚੋਂ ਜਦੋਂ ਬੰਦਾ ਦੇਖ ਕੇ ਜਾਂਦਾ, what should they learn from the film? ਪਹਿਲੀ ਗੱਲ ਤਾਂ ਫਿਲਮ ਹੋਣੀ ਚਾਹੀਦੀ ਹੈ ਜੀ। You go to the theater for that experience ਕਿ ਅਸੀਂ ਇੱਕ ਫਿਲਮ ਦੇਖਣ ਚੱਲੇ ਹਾਂ। ਉਹ ਫਿਲਮ ਕੀ ਟੈਕਨੀਕਲੀ, ਉਹਦਾ ਸਾਊਂਡ, ਉਹਦੀ ਪਿਕਚਰਾਈਜੇਸ਼ਨ, ਉਹਦਾ ਕੈਨਵਸ ਤੁਹਾਨੂੰ ਇੱਕੋ 2-2.5 ਘੰਟਿਆਂ ਲਈ, if you've gone to the cinema, you paid the money, ਤੁਹਾਨੂੰ 2.5 ਘੰਟਿਆਂ ਨੂੰ ਲੱਗਦਾ ਕਿ ਅਸੀਂ ਫਿਲਮ ਦੇਖ ਰਹੇ ਹਾਂ। ਜੀ, it should absorb you. Should. ਦੂਸਰਾ ਕੀ ਹੈ ਕਿ ਅਸੀਂ ਕਿੰਨੇ ਜਦ ਰੀਜਨਲ ਸਿਨੇਮਾ ਪੰਜਾਬੀ ਹੈ ਜਿਹੜੀ, ਤਾਂ ਫਿਰ ਕੀ ਉਹਦੇ ਵਿੱਚ ਤੁਹਾਨੂੰ ਕੋਈ ਪੰਜਾਬੀਅਤ ਕਿਤੇ ਨਜ਼ਰ ਆਉਂਦੀ ਹੈ? ਕਿ ਅਸੀਂ ਜਿੱਥੋਂ ਦੇ ਹਾਂ, ਜਿਵੇਂ ਹਾਂ, ਇਹ ਜ਼ਰੂਰੀ ਨਹੀਂ ਕਿ ਮੈਂ ਪੈਂਟ ਕੋਟ ਪਾਈ ਬੈਠਾ, ਤੁਸੀਂ ਬੈਠੇ ਹੋ, ਤੁਸੀਂ 1 ਮਿੰਟ ਦੇ ਵਿੱਚ ਤੁਹਾਡੀ ਤਹਿਜ਼ੀਬ, ਤੁਹਾਡੇ ਸੰਸਕਾਰ, ਤੁਹਾਡੀ ਗੱਲਬਾਤ ਦਾ ਲਹਿਜ਼ਾ ਮੈਨੂੰ 1 ਮਿੰਟ 'ਚ ਦੱਸ ਦੂਗਾ ਕਿ ਬੰਦਾ ਪੰਜਾਬੀ ਆ ਢਿੱਡੋਂ। ਮੈਂ ਆਉਣ ਸਾਰ ਆਇਆ, ਤੁਸੀਂ ਆਪਦੀ ਥਰਮਸ 'ਚੋਂ ਕਿਹਾ ਭਾਜੀ ਮੈਂ ਘਰੋਂ ਘਰ ਵਾਲੀ ਚਾਹ ਤੁਹਾਡੇ ਲਈ ਬਣਾ ਕੇ ਲਿਆ, ਇਹ ਪੰਜਾਬੀ ਹੈ। ਇਹ ਪੰਜਾਬੀਅਤ ਹੈਗੀ। ਜੇ ਅਸੀਂ ਉਹੀ ਕ੍ਰੈਪ ਦੇਖਣਾ ਜਿਹੜਾ ਤੁਸੀਂ ਰੀਸੈਂਟ ਫਿਲਮਸ ਦੇ ਵਿੱਚ, ਕਿਹੜਾ ਕੈਰੈਕਟਰ ਜਿਹਦੇ ਨਾਲ ਤੁਸੀਂ ਆਇਡੈਂਟੀਫਾਈ ਕਰ ਸਕਦੇ ਹੋ ਕਿ ਆਹ ਸਾਡੇ ਪਿੰਡ ਦਾ ਜਾਂ ਇਸ ਤਰ੍ਹਾਂ ਦਾ ਸਾਡੇ ਹੈ, ਜਾਂ ਇੱਥੇ ਇੰਗਲੈਂਡ ਸਾਡੇ ਘਰ 'ਚ ਫਲਾਨਾ ਬਜ਼ੁਰਗ ਜਾਂ ਫਲਾਨਾ ਕੁੜੀ ਜਾਂ ਫਲਾਨਾ ਮੁੰਡਾ ਜੀ, ਤੁਸੀਂ ਉਹਨੂੰ ਬਾਲੀਵੁੱਡ ਵਾਲੀ ਸਾਰੀ ਰੰਗਤ ਦੇ ਦਿੱਤੀ, ਤਾਂ ਫਿਰ then people have a better choice. They have films of Shah Rukh Khan, Aamir Khan to watch. Why should they watch you then? So content does matter. ਜਿਹੜੀ ਚੀਜ਼, ਜੇ ਮੈਂ ਕਹਿੰਦਾ ਹਰਭਜਨ ਮਾਨ ਪੰਜਾਬੀ ਸਿੰਗਰ ਜੀ, ਤੇ ਮੇਰੇ ਵਿੱਚੋਂ ਪੰਜਾਬ ਦੀ ਖੁਸ਼ਬੂ ਤਾਂ ਆਉਣੀ ਚਾਹੀਦੀ ਹੈ ਮੇਰੇ ਗੀਤਾਂ 'ਚੋਂ, ਮੇਰੇ ਬੋਲਾਂ 'ਚੋਂ, ਜਿਹੜੀ ਚੀਜ਼ ਨੂੰ ਮੈਂ ਰੈਪਰੈਜ਼ੈਂਟ ਕਰ ਰਿਹਾ ਹਾਂ। ਜੀ ਉਹਦਾ ਸਬਜੈਕਟ, ਉਹਦੇ ਪਾਤਰ। ਤੇ ਜੇ ਮੈਂ 2.5 ਘੰਟੇ ਆਪਦੀ ਜ਼ਿੰਦਗੀ ਦੇ ਤੁਹਾਨੂੰ ਦੇ ਰਿਹਾ, then after those 2.5 hours I should be taking something home with me. ਆਪਦੇ ਦਿਮਾਗ, ਦਿਲ 'ਚ ਮੈਂ ਕੁਝ ਲੈ ਕੇ ਜਾਵਾਂ। Something that you will remember, that I think it should be an education as well. If you make it an educational film, it should be educational. If you make it an entertainment film, it should be entertainment. Yeah. Yes. And the sincere effort should show there on the silver screen कि हाँ बंदे ने दिल नाल बनाई है यार ये फिल्म, चाहे वो कॉमेडी है, चाहे वो इमोशनल ड्रामा, कोई रोमांस, एनीथिंग, ਉਹ ਨਜ਼ਰ ਤਾਂ ਆਵੇ ਨਾ ਉਹਦੇ ਵਿੱਚ, ਤੁਸੀਂ ਕੁਝ ਵੀ ਬਣਾ ਦਿਓ। ਕੀ ਬਾਤ ਹੈ। And Harbhajan bhai, obviously we haven't touched about politics. That's maybe for another day. Are you totally into? You've left politics behind? No, I left that year and a half ago. One thing, I was never into politics. ਇਹ ਵੀ ਮੇਰੇ ਤੇ ਲਾਇਆ ਗਿਆ ਕਿ ਹਰਭਜਨ ਮਾਨ politics ਵਿੱਚ। I took this post which was a constitutional post. Oh, okay. It wasn't a political post. Nor I took membership of any political party. For some reason 20-22 ਸਾਲਾਂ ਤੇ ਹਰਭਜਨ ਮਾਨ ਤੇ ਕੁਝ ਹੋਰ ਤਾਂ ਲੱਭਿਆ ਨਹੀਂਗਾ। All of a sudden ਇੱਕ ਚੀਜ਼ ਐਸੀ ਆਈ ਕਿ ਹੁਣ ਹਰਭਜਨ ਮਾਨ ਰਿੜ ਕੇ ਆ ਗਿਆ, ਹੁਣ ਇਹਨੂੰ ਕਰੋ ਬਦਨਾਮ ਜਿੰਨਾ ਕੀਤਾ ਜਾ ਸਕਦਾ। ਮੈਂ ਆਪਦੀ ਜ਼ਿੰਦਗੀ ਦੇ ਵਿੱਚ ਪਹਿਲੇ ਦਿਨ ਤੋਂ ਕਹਿ ਕੇ ਤੁਰਿਆ ਮੈਂ ਪੰਜਾਬੀਅਤ ਨੂੰ ਸਮਰਪਿਤ ਹਾਂ। I could have very easily jumped into Bollywood. Yes, I mean, yeah. Music ਵਿੱਚ ਕੀ, ਫਿਲਮਾਂ ਵਿੱਚ ਵੀ। ਮਨਮੋਹਨ ਸਿੰਘ ਉਦੋਂ ਆਇਆ ਪੰਜਾਬੀ ਸਿਨੇਮੇ ਵੱਲ when he was the most sought after cinematographer in industry. ਹੁਣ ਤਾਂ ਆਉਂਦੇ ਆ ਨਾ ਲੋਕ ਬਾਲੀਵੁੱਡ ਚੋਂ ਵੀ ਚਲੋ ਇੱਥੇ ਵਿਹਲੇ ਤੇ ਚਲੋ ਪੰਜਾਬੀ ਕਰ ਲਓ ਜੀ। ਅਸੀਂ ਲੋਕ ਉਦੋਂ ਜਦੋਂ ਆਪਣੇ ਆਪਣੇ ਖੇਤਰ ਦੇ ਵਿੱਚ ਪੂਰੇ established ਸੀਗੇ, ਨਾ ਉਹ ਮੁੜ ਕੇ ਹਿੰਦੀ ਵੱਲ ਗਏ, ਨਾ ਹਰਭਜਨ ਮਾਨ ਗਿਆ। ਸੇ ਜੇ ਮੈਂ ਪੈਸੇ ਪਿੱਛੇ ਭੱਜਣਾ ਹੁੰਦਾ, I would have been in Bollywood. ਮੈਂ ਪੈਸੇ ਪੋਲਿਟਿਕਸ ਵਿੱਚੋਂ ਕਵਾਉਂਗਾ। ਸੋ
ਉਹ ਚੀਜ਼ਾਂ ਦੇ ਵਿੱਚ ਮੈਨੂੰ ਐਸਾ ਇੱਕ ਵਿਲਨ ਬਣਾ ਕੇ ਪੇਸ਼ ਕੀਤਾ ਗਿਆ ਕਿ ਪਤਾ ਨਹੀਂ ਹਰਭਜਨ ਮਾਨ ਕੀ ਕੀਤਾ ਹਰਭਜਨ ਮਾਨ ਨੇ what have you tell me what have I done wrong I didn't even know that you was a villain. You how always many been people a hero in my world. how many people know the reality ਕੀ ਗੱਲ ਹੋਈ ਹੈ ਕੀ ਨਹੀਂ What was your post? my post was the district chairman of the planning board Right. of Mohali Right. So it was just a job. just a job ਉਹ ਵੀ ਮੈਂ ਜਦੋਂ ਮੇਰੇ ਕੋਲ 1 ਮਿੰਟ ਦਾ ਵੇਲ ਨਹੀਂ still I took it thinking that maybe I can do something good for the city I live in Right. ਇੱਕ ਹੋਈ 2012 ਦੀ ਇਲੈਕਸ਼ਨ ਸੀ ਪੰਜਾਬ ਦੇ ਵਿੱਚ ਸਟੇਟ ਇਲੈਕਸ਼ਨ ਸੀਗੀ ਉਸ ਟਾਈਮ ਮੈਂ ਐਡ ਕੀਤੀ ਪਾਰਟੀ ਦੀ ਇੱਕ ਅਕਾਲੀ ਦਲ ਨੇ ਮੈਨੂੰ ਕਿਹਾ ਜੀ ਐਡ ਕਰ ਦੇ ਜੀ ਜੀ nobody realizes that ਕਿ ਇੱਕ ਅਸੀਂ ਆਰਟਿਸਟ ਆ where I went wrong ਉਹ ਇਹ ਸੀਗਾ ਕਿ ਮੈਂ ਸਿਰਫ ਆਪਣੇ ਆਪ ਨੂੰ ਸਿੰਗਿੰਗ ਨਾਲ ਰੱਖਦਾ ਕੋਈ ਰਿਸ਼ਤੇਦਾਰ ਰਾਤ ਨੂੰ ਅੱਧੀ ਰਾਤ ਫੋਨ ਕਰਦਾ ਕਿ ਆ ਜੀ ਫਲਾਣੇ ਅਫਸਰ ਨੂੰ ਕਹਦੇ ਤੇ ਫਸ ਗਿਆ ਕੋਈ 에ਅਰਪੋਰਟ ਤੋਂ ਫੋਨ ਕਰਦਾ ਇੱਥੇ ਅਸੀਂ ਫਸੇ ਆ ਜੀ ਰਾਮੂ ਵਾਲੀਆਂ ਨੂੰ ਕਹਿ ਦਿਓ ਜੀ ਆਹ ਕਰ ਦਿਓ ਜੀ ਆਈ ਸ਼ੁੱਡ ਹੈਵ ਜਸਟ ਕਿਸੇ ਦੇ ਫੋਨ ਮੈਨੂੰ ਚੁੱਕਣਾ ਨਹੀਂ ਚਾਹੀਦਾ ਸੀ ਕਿਉਂਕਿ ਕੋਈ ਨਹੀਂ ਸੋਚਦਾ ਜੇ ਮੈਂ 510 ਮੁੰਡਿਆਂ ਨੂੰ ਨੌਕਰੀਆਂ ਦਵਾਈਆਂ ਹੋਣਗੀਆਂ ਮੈਂ ਸਿਰਫ ਇਹ ਸੋਚਦਾ ਹੁੰਦਾ ਸੀਗਾ ਕਿ ਕੀ ਹਰਭਜਨ ਮਾਨ ਤੇਰੀ ਜ਼ੁਬਾਨ ਹਿਲਾਉਣ ਨਾਲ ਕਿਸੇ ਦਾ ਭਲਾ ਹੁੰਦਾ ਤਾਂ ਯੂ ਸ਼ੁੱਡ ਡੂ ਇਟ ਪਰ ਕਦੇ ਕਿਸੇ ਨੇ ਸੋਚਿਆ ਕਿ ਜਦੋਂ ਮੈਂ ਕੰਮ ਕਰਵਾ ਰਿਹਾ ਕੱਲ ਉਹ ਮੈਨੂੰ ਕਹਿੰਦਾ ਸੀਗਾ ਸਾਡੇ ਮੁੰਡੇ ਦੇ ਵਿਆਹ ਤੇ ਜੀ ਫ੍ਰੀ ਗਾ ਜਾਓ ਸਾਡੀ ਟੌਰ ਬਣੂ ਹਰਭਜਨ ਮਾਨ ਸਾਡੇ ਆ ਵਿਆਹ ਤੇ 5 ਮਿੰਟ ਹਾਜ਼ਰੀ ਲਵਾ ਜਾਓ 5 ਮਿੰਟ ਮੈਨੂੰ 12 ਘੰਟੇ ਪੈਂਦੇ ਸੀਗੇ 5 ਘੰਟੇ ਜਾਣ ਨੂੰ 5 ਘੰਟੇ ਆਉਣ ਨੂੰ ਘੰਟਾ ਉੱਥੇ ਲਾ ਕੇ ਆਉਂਦਾ ਸੀਗਾ ਜੀ ਉਹਦਾ ਅਫਜ਼ਾਨਾ ਤਾਂ You rub my back, I'll rub your back. Free ਵਿੱਚ ਕੌਣ ਕਰਦਾ ਹੈ ਜੀ ਕੰਮ ਕਿ somehow you have to pay back. There's no free ride. Yes, that's right. ਹੁਣ ਮੈਂ ਸਹੁੰ ਖਾ ਲਈ ਜੀ ਬਹੁਤ ਮੇਰਾ ਇਹ ਸੁਭਾਅ ਨਹੀਂ ਆਈ ਥਿੰਕ ਇੱਕ ਇਨਸਾਨ ਨੂੰ ਦੂਜੇ ਇਨਸਾਨ ਦੇ ਕੰਮ ਆਉਣਾ ਚਾਹੀਦਾ ਜੇ ਤੁਸੀਂ ਕਰ ਸਕਦੇ ਹੋ ਬਟ ਕਿਉਂਕਿ ਮੈਂ 1.5-2 ਸਾਲ ਤੋਂ ਇੰਨੇ ਐਲੀਗੇਸ਼ਨਸ ਇੰਨੀ ਬੈਡ ਮੇਰੇ ਤੇ ਸੋਸ਼ਲ ਨੈਟਵਰਕਿੰਗ ਤੇ ਇੰਨਾ ਕੁਝ ਮੈਨੂੰ ਬੋਲਿਆ ਗਿਆ ਇਟ ਹਰਟ ਮੀ ਸੋ ਡੀਪਲੀ ਹੁਣ ਮੈਂ ਸਹੁੰ ਖਾ ਲਈ ਆ ਕਿ ਕੋਈ ਆਵੇ ਮੈਂ ਕਿਸੇ ਲਈ ਕਿਸੇ ਨੂੰ ਫੋਨ ਨਹੀਂ ਕਰਨਾ ਆਈ ਐਮ ਗੋਇੰ ਟੂ ਬੀ ਵੈਰੀ ਸਮਾਰਟ ਪ੍ਰੋਗਰਾਮ ਕੀਤਾ ਉਸ ਤੋਂ ਬਾਅਦ ਬੰਬੇ ਚੰਡੀਗੜ੍ਹ ਆਪਦੇ ਘਰ ਜਾਓ ਚੁੱਪ ਕਰਕੇ ਬਹਿ ਜਾਓ ਜੀ ਜੀ ਸੋ I have nothing to do with politics. I never had anything to do with politics. 2012 ਵਿੱਚ ਐਡ ਹੋਈ it was no issue. ਤੁਹਾਨੂੰ ਪਤਾ 2012 ਵਿੱਚ ਮੈਂ ਐਡ ਕੀਤੀ ਨਹੀਂ ਜੀ ਮੈਨੂੰ ਨਹੀਂ ਪਤਾ ਉਹ ਜਾਣਬੁੱਝ ਕੇ ਮੇਰਾ ਇਸ਼ੂ 2012 ਵਾਲਾ ਉਹ 2014 ਵਿੱਚ ਜਦੋਂ ਪਾਰਲੀਮੈਂਟ ਇਲੈਕਸ਼ਨਸ ਹੋਈਆਂ ਜੀ ਜੀ ਉਹ ਕੁਝ ਸਰਟਨ ਜਿਹੜੇ ਕਿਸੇ ਵੇਲੇ ਮੇਰੇ ਦੋਸਤ ਸੀਗੇ ਜੀ ਜੀ ਉਹਨਾਂ ਨੂੰ ਗਿਲੇ ਸ਼ਿਕਵੇ ਹਰਭਜਨ ਮਾਨ ਦੀਆਂ ਫਿਲਮਾਂ ਵਿੱਚ ਨਹੀਂ ਲਿਆ ਸਾਡੀ ਜਗ੍ਹਾ ਫਲਾਣੇ ਨੂੰ ਲੈ ਲਿਆ ਉਹਨਾਂ ਨੇ ਫਿਰ ਉਹ ਗਿਲੇ ਸ਼ਿਕਵੇ ਜਿਹੜੇ ਸੀਗੇ ਉਹ ਪੂਰੇ ਵਿਲਨ ਬਣਾ ਕੇ ਹਰਭਜਨ ਨੂੰ 2014 ਚ ਕੱਢੇ ਜਿੰਨਾ ਸੋਸ਼ਲ ਜਿਹੜਾ ਨੈਟਵਰਕਿੰਗ ਤੇ ਮੈਨੂੰ ਬਦਨਾਮ ਕਰਦੇ ਜੋ ਕਿਹਾ ਮੇਰੇ ਤੇ ਉਹ ਲਾਇਆ ਗਿਆ ਬਾਰ-ਬਾਰ 3 ਸਾਲ 4 ਸਾਲ ਪੁਰਾਣੀਆਂ ਐਡਾਂ ਉਹਨਾਂ ਨੂੰ ਹਾਈਲਾਈਟ ਆ ਹਰਭਜਨ ਮਾਨ ਨੇ ਹੁਣ 2014 ਦੇ ਵਿੱਚ ਆਈ ਵੈਂਟ ਟੂ ਕੰਪੇਨ ਫॉर ਨੋਬਡੀ ਆਈ ਡਿਡ ਨੋ ਐਡ ਫॉर ਐਨੀਬਡੀ ਮੈਂ ਜਦੋਂ ਮੈਨੂੰ ਲੱਗਿਆ ਕਿ ਜੀ ਮੇਰੇ ਬਾਰੇ ਗਲਤ ਹੋ ਰਿਹਾ ਮੈਂ ਉਹਦੇ ਅਖਬਾਰਾਂ ਵਿੱਚ ਦਿੱਤਾ ਜੀ ਕਿ ਆਮ ਰਿਜ਼ਾਈਨਿੰਗ ਫਰਮ ਦਿਸ ਪੋਸਟ ਐਂਡ ਫਰਮ ਨਾਓ ਔਨ ਆਈ ਹੈਵ ਨਥਿੰਗ ਟੂ ਡੂ ਵਿਦ ਐਨੀਬਡੀ ਹਰਭਜਨ you're a true gentleman you have always been you don't need to justify anything just because it hurt me so much ਜਿਹੜਾ ਜੋ ਮਰਜ਼ੀ ਜਿੱਥੇ ਬੈਠਾ ਬੋਲ ਰਿਹਾ ਤੁਹਾਡੇ ਬਾਰੇ my kids read that it becomes a personal matter ਕੋਈ ਗੱਲ ਆ ਯਾਰ ਕੀ ਕਿੱਡਾ ਮੈਂ ਦੁਨੀਆ ਵਿੱਚ ਕੀ ਕੁਛ ਏਡਾ ਵੱਡਾ ਹੋਈ ਜਾਂਦਾ ਉਹ ਇਸ਼ੂ ਹੀ ਨਹੀਂ ਕਿ ਇੱਕ ਤੁਹਾਨੂੰ ਹਰਭਜਨ ਮਾਨ ਦਾ ਇਸ਼ੂ ਹੋ ਗਿਆ ਜੀ ਔਰ ਸਪੈਸ਼ਲੀ ਜਦੋਂ ਮੈਂ ਕਹਿ ਦਿੱਤਾ ਜੀ ਚਲੋ ਠੀਕ ਆ ਤੁਹਾਨੂੰ ਨਹੀਂ ਚੰਗਾ ਲੱਗਦਾ ਮੈਂ ਨਹੀਂ ਕਰਦਾਗਾ ਜੀ ਔਰ ਮੈਂ ਉਹਦਾ ਕੋਈ ਪੈਸਾ ਯਾਰ ਸਾਰੀ ਉਮਰ ਜਿਹੜੇ ਬੰਦੇ ਨੇ ਆਪਦੇ ਕੈਰੀਅਰ ਤੱਕ ਜਦੋਂ ਓਏ ਹੋਏ ਤੋਂ ਬਾਅਦ ਮੈਨੂੰ ਤਾਂ ਆਪਦੇ ਜਵਾਕਾਂ ਦਾ ਸੋਚਣਾ ਚਾਹੀਦਾ ਸੀ ਸ਼ੁੱਡ ਹੈਵ ਸਾਈਨਡ ਫॉर 5 ਐਲਬਮਸ ਮੈਨੂੰ ਤਾਂ ਕਰੋੜਾਂ ਆਪਦੇ ਅੰਦਰ ਕਰਨੇ ਚਾਹੀਦੇ ਸੀ ਮੈਂ ਪੰਜਾਬੀ ਲਈ ਵੀ ਨਹੀਂ ਯਾਰ ਸਿਨੇਮਾ ਬਣਾਉਣਾਗਾ ਅੱਜ ਵੀ ਗਦਾਰ ਆਮ ਟੈਲਿੰਗ ਯੂ ਪੰਜਾਬੀ ਸਿਨੇਮੇ ਦਾ ਜੋ ਹਾਲ ਰਿਹਾ ਮੈਂ ਇਹ ਗੱਲ 2 ਸਾਲ ਪਹਿਲਾਂ ਵੀ ਕਹੀ ਸੀ ਜੇ ਇਹੀ ਹਾਲ ਰਿਹਾ ਪੰਜਾਬੀ ਸਿਨੇਮਾ ਇਜ਼ ਫਿਨਿਸ਼ਡ ਕਿਹੜੀ ਅੱਜ ਫਿਲਮ ਪੈਸਾ ਰਿਕਵਰ ਕਰ ਰਹੀ ਹੈ ਜਿਵੇਂ ਮਰਜ਼ੀ ਅਸੀਂ ਹਵਾ 'ਚ ਤਲਵਾਰਾਂ ਮਾਰੀ ਜਾਈਏ ਜੀ ਪੰਜਾਬੀ ਸਿਨੇਮਾ ਬੜੀ ਤਰੱਕੀ ਕਰ ਗਿਆ ਹਾਰਡਲੀ ਇੱਕ ਅੱਧੀ ਫਿਲਮ ਨੂੰ ਛੱਡ ਕੇ ਨੋ ਫਿਲਮ ਇਜ਼ ਮੇਕਿੰਗ ਐਨੀ ਮਨੀ ਇਟਸ ਨਾਟ ਕੁਆਂਟੀਟੀ ਹਾਊ ਮੈਨੀ ਐਸਟੈਬਲਿਸ਼ਡ ਪ੍ਰੋਡਕਸ਼ਨ ਹਾਊਸਸ ਆਰ ਮੇਕਿੰਗ ਫਿਲਮਸ ਐਕਸੈਪਟ 4 ਬੰਦੇ ਰਲ ਕੇ ਕੋਈ ਵਿਚਾਰਾ ਪ੍ਰਾਪਰਟੀ ਵਾਲਾ ਉਹਨੇ 4 ਪੈਸੇ ਕਮਾਇਆ ਤੁਹਾਡੇ ਕੋਲੇ ਆ ਜਾਂਦਾ ਬਟ ਟੈਲ ਮੀ ਕਿਹੜਾ ਐਸਟੈਬਲਿਸ਼ਡ ਪ੍ਰੋਡਕਸ਼ਨ ਹਾਊਸ ਹੈ ਜਿਹੜਾ ਪੰਜਾਬੀ ਫਿਲਮਾਂ ਬਣਾ ਰਿਹਾ ਹੈਗਾ ਜੇ ਇੰਨਾ ਹੀ ਵਾਇਬਲ ਐਡੀ ਸਾਡੀ ਅੱਛੀ ਸੀਗੀ ਪੰਜਾਬੀ ਫਿਲਮ ਇੰਡਸਟਰੀ ਜੀ ਜੀ ਆਈ ਐਗਰੀ You are a gentleman and you've always been a gentleman but I think you know what
ਜਿੱਥੇ I think if we put I mean I have my critics as that's well fine. but I think ਜੇ ਤੁਸੀਂ ਆਪਣੇ ਆਪ ਨੂੰ ਇੱਕ ਕਿਤਾਬ ਆ ਜੇ ਤੁਸੀਂ ਇੱਕ ਕਿਤਾਬ ਬਣ ਕੇ ਕੋਈ ਬੰਦਾ ਪੜ੍ਹਦਾ ਕਿਸੇ ਨੂੰ ਚੰਗੀ ਵੀ ਲੱਗਣੀ ਕਿਸੇ ਨੂੰ ਮਾੜੀ ਵੀ ਲੱਗਣੀ ਕਿਸੇ ਨੇ ਕ੍ਰਿਟਿਸਾਈਜ਼ ਵੀ ਕਰਨੀ but I think it Sukhi, I have no issues with that. yeah Everybody has the right to say good things or criticize my films or my music. ਜੀ ਜੀ ਪਰ ਉਸ ਤੋਂ ਬਾਅਦ ਵੀ ਮੇਰੀ ਇੱਕ ਜ਼ਿੰਦਗੀ ਹੈਗੀ, yeah right? yeah personal ਪਰ ਐਂਡ ਆਫ ਦਾ ਡੇ ਮੈਨੂੰ ਬਾਪੂ ਜੀ ਪਾਰ ਸਾਹਿਬ ਇੱਕੋ ਗੱਲ ਕਹਿੰਦੇ, ਤੁਸੀਂ ਪਹਿਲਾਂ ਵੀ ਸ਼ੁਰੂ ਕੀਤੀ, ਉਹਨਾਂ ਤੋਂ ਸਿੱਖਿਆ, ਰਾਤ ਨੂੰ ਤੁਸੀਂ ਜਾ ਕੇ ਸੌਂਦੇ ਹੋ ਨਾ, ਸਭ ਤੋਂ ਵੱਡਾ ਬੰਦਾ ਇੱਕੋ ਚੀਜ਼ ਨੂੰ ਜਵਾਬ ਦੇ ਆ, ਉਹ ਤੁਹਾਡੀ ਆਤਮਾ ਹੈ। ਜੀ ਰਾਤ ਨੂੰ ਤੁਸੀਂ ਜਾ ਕੇ ਸੌਂਦੇ ਹੋਗੇ, ਮੈਂ ਕਦੇ ਮਾੜੀ ਨੀਅਤ ਨਾਲ ਕੋਈ ਕੰਮ ਨਹੀਂ ਕੀਤਾ, ਚੰਗੀ ਨੀਅਤ ਨਾਲ ਕੀਤਾ, ਮੈਂ ਮੇਰੇ ਮਨ ਤੇ ਕੋਈ ਬੋਝ ਨਹੀਂ ਗਾ। ਔਰ ਬਾਕੀ ਸਭ ਤੋਂ ਵੱਡਾ ਵਕਤ, ਸਮਾਂ, ਟਾਈਮ, ਉਹਨੇ ਕਿਹੜਾ ਬੰਦਾ ਕੀ ਸੀ ਕਿਹੜਾ ਬੰਦਾ ਨਹੀਂ ਸੀ, ਉਹ ਵਕਤ ਨੇ ਫੈਸਲਾ ਕਰ ਦੇਣਾ। ਸੋ ਮੈਂ ਇਸੇ ਕਰਕੇ ਮੈਂ 2-2.5 ਸਾਲ ਇਸ ਚੀਜ਼ ਬਾਰੇ ਕੁਝ ਨਹੀਂ ਬੋਲਿਆ। ਜੀ now I'm speaking about it because it's about time that I stand up ਤੇ ਮੈਂ ਉਹ ਗੱਲ ਕਲੀਅਰ ਕਰਾਂ, because it hurts me। ਮੇਰਾ 25 ਸਾਲਾਂ 'ਚ ਜੇ ਮੈਂ ਗਾਇਕੀ 'ਚ ਕੋਈ ਵੀਡੀਓ 'ਚ ਅੱਜ ਕਿੱਧਰ ਕਿਵੇਂ ਜਾ ਰਿਹਾ, ਲੋਕ ਇੱਥੇ ਆ ਕੇ ਕਹਿ ਜਾਂਦੇ ਹਾਂਜੀ ਸੌਰੀ ਅਸੀਂ ਆ ਗਾਣਾ ਗਾਤਾ, ਗਲਤ ਗਾ ਤੋਂ ਨਹੀਂ ਗਾਵਾਂਗੇ, ਦੇ ਗੋ ਟੂ ਇੰਡੀਆ ਨੈਕਸਟ ਵੀਡੀਓ ਇਜ਼ ਸੇਮ ਥਿੰਗ। ਮੈਂ ਹਮੇਸ਼ਾ ਪੰਜਾਬੀ ਨੂੰ ਸਮਰਪਿਤ ਰਿਹਾ, ਪੰਜਾਬੀ ਨੂੰ ਹੀ ਸਮਰਪਿਤ ਰਵਾਂਗਾ। ਜੋ ਮੇਰੇ ਕੋਲ ਹੈ, ਜੋ ਮੇਰੀ ਕਿਸੇ ਆਸੇ-ਪਾਸੇ ਕੋਈ ਕਨੈਕਸ਼ਨਸ, ਕੋਈ ਸੋਰਸਿਸ ਮੇਰੇ ਕੋਲੇ ਹੈ, ਉਹ ਹਮੇਸ਼ਾ ਪੰਜਾਬੀ ਵਿੱਚ ਪਾਇਆ ਜਾਊਗਾ। ਐਂਡ ਆਈ ਐਮ ਪ੍ਰਾਊਡ ਆਫ ਦ ਫਿਲਮ ਵੀ ਮੇਡ, ਗਦਾਰ ਹੈ ਜਿਹੜੀ। ਐਂਡ ਆਈ ਹੋਪ ਕਿ ਜਿਵੇਂ ਜੀ ਆਇਆਂ ਨੂੰ ਨੇ ਪੰਜਾਬੀ ਸਿਨੇਮੇ ਨੂੰ ਇੱਕ ਨਵਾਂ ਦਿਸ਼ਾ, ਨਵਾਂ ਇੱਕ ਰੰਗ ਰੂਪ ਦਿੱਤਾ ਸੀ, ਕਿ ਗਦਾਰ ਵੀ ਇੱਕ ਨਵਾਂ ਰੰਗ ਦੇ। Harbhajan, thank you for being honest, thank you for being Harbhajan Mann, and thank you for supporting the Punjabi, because sanu we know kyunki si sanu pichle vi pata and everything, so we know how true you are to the industry and to Punjabis also. ਆਪਣੇ ਟੱਬਰ ਨੂੰ, ਆਪਣੇ ਬੱਚਿਆਂ ਨੂੰ ਛੱਡ ਕੇ ਬੰਦੇ ਨੇ ਕੰਮ ਕਰਨਾ, ਉਹ ਵੀ ਪੰਜਾਬ ਦੇ ਵਾਸਤੇ। So thank you Harbhajan, thank you very much. Thank you so much. Lovely, Always nice to talk to you. Wonderful to talk to you. A true gentleman, that is Harbhajan Mann. And just to let you know, this is my conversation with Harbhajan Mann. We also have an audience with Harbhajan Mann as well, and I'm looking forward to that one, definitely. I might just ask him to sing a little bit for us, maybe, whatever he wants to sing for us to the camera, just to say thank you. My favorite song from the film ਗਦਾਰ, ਉਹਦੇ 2 ਬੋਲ ਮੈਂ ਸੁਣਾ ਦਿੰਦਾ। I love singing this song. ਮੈਂ ਤੁਸੀਂ ਨਾ ਵੀ ਕਹੋ ਫਿਰ ਵੀ ਮੈਂ ਕਹਿਣਾ ਮੈਂ ਗਾਣਾ ਸੁਣਾਉਣਾ। I love this song। ਉਹਦੇ ਮੈਂ 2 ਬੋਲ ਤੁਹਾਨੂੰ ਸੁਣਾਉਣਾ ਕਿ ਜਿਉਂਦਾ ਰਹਿ ਲੰਮੀਆਂ ਉਮਰਾਂ ਜੀਵੇ ਪਰਦੇਸੀਆ, ਤੇਰੇ ਬਿਨ ਸਾਡਾ ਜੀਣਾ ਕੀਵੇ ਪਰਦੇਸੀਆ, ਜਿਉਂਦਾ ਰਹਿ ਲੰਮੀਆਂ ਉਮਰਾਂ ਜੀਵੇ ਪਰਦੇਸੀਆ, ਤੇਰੇ ਬਿਨ ਸਾਡਾ ਜੀਣਾ ਕੀਵੇ ਪਰਦੇਸੀਆ, ਜਦ ਵੀ ਅਸਮਾਨਾਂ ਉੱਤੇ ਕੂੰਜਾਂ ਕਰ ਲਾਉਂਦੀਆਂ, ਮੁੜ ਮੁੜ ਕੇ ਯਾਦਾਂ ਤੁਰ ਗਏ ਸੱਜਣਾ ਦੀਆਂ ਆਉਂਦੀਆਂ, ਮੁੜ ਮੁੜ ਕੇ ਯਾਦਾਂ ਤੁਰ ਗਏ ਸੱਜਣਾ ਦੀਆਂ ਆਉਂਦੀਆਂ, ਮੁੜ ਮੁੜ ਕੇ ਯਾਦਾਂ।